ਸੁਣ ਸਖੀਏ ਇਹ ਭਲੀ ਬੇਨੰਤੀ, ਇਹੋ ਮਤਾਂਤ ਪਕਾਈਐ। ਸਹਿਜ ਸੁਭਾਏ ਉਪਾਦ ਰਹਿਤ ਹੋਏ, ਗੀਤ ਗੋਵਿੰਦ ਹੈ ਗਾਈਐ। ਕਲ ਕਲੇਸ਼ ਮਿਟਹਿ ਭ੍ਰਮ ਨਾਸਹਿ, ਮਨ ਚਿੰਦਿਆ ਫਲ ਪਾਈਐ। ਪਾਰ ਬ੍ਰਹਮ ਪੂਰਨ ਪਰਮੇਸ਼ਰ, ਨਾਨਕ ਨਾਮ ਧਿਆਈਐ। ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵਹਿ ਗੁਣ ਗੋਬਿੰਦ। ਪੂਰਨ ਬ੍ਰਹਮ ਗਿਆਨ, ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਬੜੀ ਸਹਿਜਤਾ ਦੇ ਨਾਲ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੁਣਾਂ ਨੇ ਤੁਰਕੀ ਬਾਣੀ ਦਾ ਸ਼੍ਰੀ ਮੁਖਵਾਕ ਹੁਕਮਨਾਮਾ ਸੰਗਤ ਨੂੰ ਸਰਵਣ ਕਰਵਾਇਆ ਹੈ। ਆਓ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰਨ ਦੇ ਲਈ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਜੋ ਅਗੰਮੀ ਵਡਿਆਈ ਭਾਈ ਸਾਹਿਬ ਭਾਈ ਨੰਦ ਲਾਲ ਨੇ ਗੰਜਨਾਮਾ ਵਿੱਚ ਉਚਾਰਨ ਕੀਤੀ ਹੈ, ਉਸ ਵਿਆਖਿਆ ਨਾਲ ਜੁੜਨ ਦਾ ਯਤਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਜ਼ਾਜ਼ੇ ਕੁਦਸੀਅਸ਼ ਸ਼ੁਹਰਾ ਆਫਾਕ, ਵਾ ਅਨਵਾਰੇ ਵਾਜੂਦੇ ਪਾਕਸ਼ ਹਕ ਇਸ਼ਰਾਕ। ਅਰਬੀ ਅਤੇ ਫਾਰਸੀ ਦੇ ਮਹਾਨ ਵਿਦਵਾਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ 52 ਕਵੀਆਂ 'ਚੋਂ ਸਿਰਮੌਰ ਕਵੀ ਭਾਈ ਸਾਹਿਬ ਭਾਈ ਨੰਦ ਲਾਲ ਆਪਣੀ ਮਹਾਨ ਰਚਨਾ ਗੰਜਨਾਮੇ ਵਿੱਚ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਵਡਿਆਈ ਕਰਦੇ ਨੇ। ਇਹ ਇਜ਼ਾਜ਼ੇ ਤੋਂ ਭਾਵ ਹੁੰਦਾ ਹੈ ਸ਼ੋਭਾ ਗਾਉਣੀ, ਵਡਿਆਈ ਕਰਨੀ। ਅੱਗੇ ਲਫ਼ਜ਼ ਹੈ ਕੁਦਸੀਅਸ਼, ਜੋ ਬੜਾ ਪਵਿੱਤਰ ਹੈ। ਭਾਈ ਨੰਦ ਲਾਲ ਕਹਿੰਦੇ ਨੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਬੜੇ ਪਵਿੱਤਰ ਨੇ, ਉਹਨਾਂ ਦੀ ਵਡਿਆਈ ਬੜੀ ਪਾਕ ਹੈ। ਸ਼ੋਹਰਾ ਕਹਿੰਦੇ ਨੇ ਜਿਹਦੀ ਮਸ਼ਹੂਰੀ ਬੜੀ ਹੋਵੇ, ਦੁਨੀਆ ਦੇ ਅੰਦਰ ਉਹਨਾਂ ਦੀ ਕੀਰਤੀ ਬੜੀ ਹੈ।
ਆਫਾਕ ਕਹਿੰਦੇ ਨੇ ਸਮੁੱਚੀ ਕਾਇਨਾਤ ਨੂੰ, ਦੁਨੀਆ ਨੂੰ। ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੀ ਪਵਿੱਤਰ ਵਡਿਆਈ ਦੁਨੀਆ ਦੇ ਵਿੱਚ ਪ੍ਰਚੰਡ ਹੈ, ਪ੍ਰਗਟ ਹੈ। ਹੋਰ ਕੋਈ ਉਹਨਾਂ ਦੇ ਤੁਲ ਇਨਸਾਨ ਨਹੀਂ ਅਖਵਾ ਸਕਦਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵੀ ਇਹ ਬੋਲ ਨੇ, ਗੁਰ ਕੀ ਵਡਿਆਈ ਨਿਤ ਚੜ੍ਹੈ ਸਵਾਈ, ਅੱਪੜ ਕੋ ਨਾ ਸਕੋਈ। ਆਮ ਇਨਸਾਨ ਦੀ ਵਡਿਆਈ, ਆਮ ਇਨਸਾਨ ਦੇ ਵਿੱਚ ਗੁਣ, ਅਜ਼ਮਤ ਗੁਰੂ ਵਰਗੀ ਨਹੀਂ ਹੋ ਸਕਦੀ, ਕਿਉਂਕਿ ਗੁਰੂ ਪਰਮੇਸ਼ਰ ਦੀ ਹਸਤੀ ਨੂੰ ਪਰਮਾਤਮਾ ਨੇ ਖਾਸ ਕਾਰਜ ਕਰਨ ਲਈ, ਸੱਚ ਦਾ ਪ੍ਰਚਾਰ ਕਰਨ ਦੇ ਲਈ, ਸੱਚ ਨੂੰ ਪ੍ਰਚੰਡ ਕਰਨ ਲਈ ਦੁਨੀਆ 'ਤੇ ਭੇਜਿਆ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਨ ਨਾਨਕ ਹਰ ਕਰਤੈ ਆਪ ਬਹਿ ਟਿਕਿਆ, ਆਪੇ ਪੈਜ ਰੱਖੈ ਪ੍ਰਭ ਸੋਈ। ਆਪ ਟਿਕਾਇਆ ਹੈ ਗੁਰੂ ਪਾਤਸ਼ਾਹ ਨੂੰ ਅਕਾਲ ਪੁਰਖ ਨੇ, ਆਪੇ ਬਰਕਤਾਂ ਦਿੱਤੀਆਂ ਨੇ। ਸੋ ਆਮ ਇਨਸਾਨ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਅੱਗੇ ਕਹਿੰਦੇ, ਵਾਹ ਅਨਵਾਰੇ ਵਜੂਦੇ ਪਾਕਸ਼ ਹੱਕ ਇਸ਼ਰਾਕ। ਵਾਹ ਦਾ ਮਤਲਬ ਹੈ ਅਤੇ। ਅਨਵਾਰੇ ਤੋਂ ਭਾਵ ਜਿਸ ਦਾ ਨੂਰ ਬੜਾ ਸੁੰਦਰ ਹੈ, ਜਿਸ ਦੀ ਚਮਕ ਬੜੀ ਹੈ। ਵਜੂਦ ਲਫ਼ਜ਼ ਹੋਂਦ ਨੂੰ ਕਹਿੰਦੇ ਨੇ। ਪਾਕਸ਼, ਇਹਨੂੰ ਪਦਛੇਦ ਕਰ ਲਵੋ। ਪਾਕ ਤੇ ਅਸ਼, ਅਸ਼ ਦਾ ਮਤਲਬ ਉਹਨਾਂ ਦਾ, ਪਾਕ ਦਾ ਮਤਲਬ ਪਵਿੱਤਰ। ਹੱਕ ਰੱਬ ਨੂੰ ਕਹਿੰਦੇ ਨੇ, ਇਸ਼ਰਾਕ ਚਾਨਣੇ ਨੂੰ ਕਹਿੰਦੇ ਨੇ, ਰੌਸ਼ਨੀ ਨੂੰ, ਚਮਕ ਨੂੰ ਕਹਿੰਦੇ ਨੇ। ਕਹਿੰਦੇ ਪਰਮਾਤਮਾ ਦੀ ਜੋ ਚਮਕ ਹੈ, ਜੋ ਪਰਮਾਤਮਾ ਦਾ ਨੂਰ ਹੈ, ਉਹਦੇ ਤੋਂ ਹੀ ਪਵਿੱਤਰ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਵਜੂਦ ਘੜਿਆ ਗਿਆ ਹੈ। ਪਰਮਾਤਮਾ ਦੇ ਅਗੰਮੀ ਨੂਰ ਦੇ ਮੁਜੱਸਮੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ। ਖਾਸ ਕਰਕੇ ਦੁਨੀਆ ਦੇ ਉੱਤੇ ਆਪਣੀ ਜੋਤ ਨੂੰ ਟਿਕਾਉਣ ਲਈ ਇਹ ਸੁੰਦਰ ਸਰੂਪ ਘੜਿਆ ਹੈ ਉਹਨਾਂ ਨੇ। ਰੱਬੀ ਚਾਨਣਾ ਉਹਨਾਂ ਦੀ ਹੋਂਦ ਦਾ ਪ੍ਰਤੀਕ ਹੈ। ਗੁਰੂ ਪਾਤਸ਼ਾਹ ਰੱਬ ਦਾ ਪ੍ਰਕਾਸ਼ ਨੇ, ਗਿਆਨ ਸਰੂਪ ਨੇ, ਰੱਬੀ ਜੋਤ ਨੇ, ਪਵਿੱਤਰ ਬੁਲੰਦ ਉਹਨਾਂ ਦੀ ਹਸਤੀ ਹੈ। ਗਿਆਨ ਨਾਲ, ਰੱਬੀ ਨੂਰ ਨਾਲ ਉਹ ਸ਼ਰਸਾਰ ਨੇ। ਗੁਰਬਾਣੀ ਵਿੱਚ ਜ਼ਿਕਰ ਹੈ ਵੀ ਗੁਰੂ ਸਾਹਿਬ ਪਰਮਾਤਮਾ ਤੋਂ ਪ੍ਰਗਟ ਹੋਏ ਗਿਆਨ ਦੇ ਮੁਜੱਸਮੇ ਨੇ। ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ, ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਗੁਰੂ ਨਾਨਕ ਪਾਤਸ਼ਾਹ, ਗੁਰੂ ਹਰਕ੍ਰਿਸ਼ਨ ਮਹਾਰਾਜ ਐਸੇ ਗਿਆਨ ਦੇ ਦੀਵੇ ਨੇ ਜਿਸ ਦੇ ਜੀਵਨ ਵਿੱਚ ਮਹਾਰਾਜ ਗਿਆਨ ਪ੍ਰਗਟ ਕਰ ਦਿੰਦੇ ਨੇ। ਉਹਦੇ ਜੀਵਨ 'ਚੋਂ ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ, ਜੀਵਨ ਜਾਚ ਉਸ ਨੂੰ ਹਾਸਲ ਹੋ ਜਾਂਦੀ ਹੈ। ਨਿਜਾਤ ਪਾਉਣ ਦਾ, ਐਮੈਂਸੀਪੇਸ਼ਨ ਦਾ, ਮੁਕਤੀ ਦਾ ਰਸਤਾ ਉਸ ਨੂੰ ਨਜ਼ਰ ਹੀ ਆ ਜਾਂਦਾ ਹੈ। ਸੋ ਮਹਾਰਾਜ ਰੱਬੀ ਨੂਰ ਦੇ ਮੁਜੱਸਮੇ ਨੇ। ਅਗਲੇ ਸ਼ੇਰ ਵਿੱਚ ਭਾਈ ਨੰਦ ਲਾਲ ਜੀ ਕਹਿੰਦੇ ਨੇ, ਖਾਸਾਂ ਕੁਰਬਾਨਸ਼ ਵਾ ਪਾਕਾਂ ਸਰਬਰ ਆਸਤਾਨਸ਼। ਖਾਸਾਨ ਕੀ ਹੁੰਦਾ ਹੈ? ਜਿਹੜਾ ਸਾਨੂੰ ਖਾਸ ਹੋਵੇ। ਅੱਗੇ ਮਹਾਰਾਜ ਕਹਿੰਦੇ ਨੇ ਕੁਰਬਾਨਸ਼। ਕੁਰਬਾਨ ਦਾ ਮਤਲਬ ਹੈ ਕੁਰਬਾਨੀ ਦੇਣੀ, ਅਸ਼ ਦਾ ਭਾਵ ਹੈ ਉਹਨਾਂ ਤੋਂ। ਰੱਬ ਨੂੰ ਕੁਝ ਖਾਸ ਨੇ ਮਨੁੱਖਤਾ ਦੇ ਅੰਦਰ ਇਨਸਾਨ।
ਉਹ ਕਿਹੜੇ ਨੇ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਹਰ ਹਰ ਜਸ ਗਾਇਆ, ਪਰਮ ਪਦ ਪਾਇਆ, ਤੇ ਊਤਮ ਜਨ ਪ੍ਰਧਾਨ ਜੀਓ। ਰੱਬ ਨੂੰ ਖਾਸ ਉਹ ਨੇ, ਪ੍ਰਧਾਨ ਉਹ ਨੇ, ਪੰਚ ਉਹ ਨੇ, ਮੁੱਖ ਉਹ ਨੇ ਇਸ ਸਮੁੱਚੀ ਲੋਕਾਈ ਅੰਦਰ, ਜਿਹੜੇ ਰੱਬ ਦਾ ਨਾਮ ਜਪਦੇ ਨੇ, ਪਰਮ ਪਦ ਉਹ ਪਾਉਂਦੇ ਨੇ। ਉਹ ਮਨੁੱਖ ਜਾਤੀ ਤੋਂ ਉੱਚੇ ਉੱਠ ਜਾਂਦੇ ਨੇ, ਮਹਾਂਪੁਰਸ਼ ਅਖਵਾਉਂਦੇ ਨੇ। ਐਸੇ ਜਿਹੜੇ ਰੱਬ ਨੂੰ ਖਾਸ ਨੇ, ਰੱਬ ਨੂੰ ਪਿਆਰੇ ਨੇ ਨਾ, ਉਹ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਤੋਂ ਆਪਾ ਵਾਰਦੇ ਨੇ, ਆਪਾ ਕੁਰਬਾਨ ਕਰਦੇ ਨੇ। ਰੱਬੀ ਦਰਗਾਹ ਦੇ ਖਾਸਮ ਖਾਸ ਗੁਰੂ ਪਾਤਸ਼ਾਹ ਤੋਂ ਆਪਾ ਵਾਰਨ ਲਈ ਉਤਾਵਲੇ ਰਹਿੰਦੇ ਨੇ। ਉਹਦਾ ਇੱਕ ਕਾਰਨ ਹੈ, ਕਹਿੰਦੇ ਜਨਮ ਮਰਨ ਕੀ ਚੂਕੀ ਕਾਣ, ਪੂਰੇ ਗੁਰ ਉਪਰ ਕੁਰਬਾਨ। ਕਿਉਂਕਿ ਉਹ ਜਾਣਦੇ ਨੇ ਗੁਰੂ ਅਕਾਲ ਪੁਰਖ ਦਾ ਹੀ ਸਰਗੁਣ ਸਰੂਪ ਨੇ, ਔਰ ਜੰਮਣ ਮਰਨ ਤੋਂ ਮੁਕਤ ਕਰਨ ਵਾਲੇ ਨੇ। ਇਸ ਕਰਕੇ ਉਹਨਾਂ ਤੋਂ ਬਲਿਹਾਰੇ ਜਾਂਦੇ ਨੇ, ਦੁੱਖਾਂ ਨੂੰ ਕੱਟਣ ਵਾਲੇ ਪਾਤਸ਼ਾਹ ਦੇ ਸਿਰ ਉੱਤੋਂ ਵਾਰੇ ਜਾਂਦੇ ਨੇ। ਅੱਗੇ ਭਾਈ ਸਾਹਿਬ ਕਹਿੰਦੇ ਨੇ, ਵਾਹ ਪਾਕਾਂ ਸਰਬਰ ਆਸਤਾਨਸ਼। ਪਾਕਾਨ ਦਾ ਮਤਲਬ ਹੈ ਜੋ ਬੜਾ ਪਵਿੱਤਰ ਹੈ। ਵਾਹ ਦਾ ਮਤਲਬ ਹੁੰਦਾ ਅਤੇ। ਪਵਿੱਤਰ ਤੋਂ ਬਾਅਦ ਭਾਈ ਨੰਦ ਲਾਲ ਕਹਿੰਦੇ ਨੇ, ਸਰ ਬਰ, ਸਰ ਇਹਨੂੰ ਸਿਰ ਨੂੰ ਕਹਿੰਦੇ ਨੇ, ਤੇ ਬਰ ਦਾ ਮਤਲਬ ਹੈ ਉੱਚਾ। ਅੱਗੇ ਹੈ ਆਸਤਾਨਸ਼। ਇਹ ਦੋ ਲਫ਼ਜ਼ ਨੇ, ਆਸਤਾਨ ਤੇ ਅਸ਼। ਅਸ਼ ਦਾ ਮਤਲਬ ਉਹਨਾਂ ਦਾ, ਆਸਤਾਨ ਕਹਿੰਦੇ ਨੇ ਜਿਵੇਂ ਇਹ ਉੱਚਾ ਦਰਵਾਜ਼ਾ ਹੈ ਗੁਰੂ ਘਰ ਦਾ। ਭਾਈ ਨੰਦ ਲਾਲ ਆਖਣ ਲੱਗੇ, ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਘਰ ਦਾ ਦਰਵਾਜ਼ਾ ਬੜਾ ਉੱਚਾ ਹੈ। ਇੱਥੇ ਭਾਵ ਸਮਝਿਓ, ਜੇ ਉਹ ਨਿਰਗੁਣ ਸਰੂਪ ਵਿੱਚ ਨੇ, ਅਕਾਲ ਪੁਰਖ ਦੇ ਰੂਪ ਵਿੱਚ, ਫਿਰ ਸੱਚਖੰਡ ਰੂਪੀ ਉਹਨਾਂ ਦਾ ਮਹੱਲ ਬੜਾ ਉੱਚਾ ਹੈ। ਜੇ ਉਹ ਸਰਗੁਣ ਸਰੂਪ ਵਿੱਚ ਨੇ, ਜਦੋਂ ਦਿੱਲੀ ਦੀਆਂ ਸੰਗਤਾਂ ਨੂੰ ਤਾਰਦੇ ਸਨ, ਰਾਜਾ ਜੈ ਸਿੰਘ ਨੇ ਆਪਣੇ ਰਹਿਣ ਵਸੇਬੇ ਦਾ ਸਭ ਤੋਂ ਸੁੰਦਰ ਮਹੱਲ ਸਥਾਨ ਗੁਰੂ ਪਾਤਸ਼ਾਹ ਨੂੰ ਦਿੱਤਾ ਸੀ, ਜਿੱਥੇ ਤੁਸੀਂ ਅੱਜ ਬੈਠੇ ਹੋ, ਬੰਗਲਾ ਸਾਹਿਬ। ਉੱਚੀ ਵਡਿਆਈ ਹੈ ਗੁਰੂ ਦੀ, ਉੱਚੇ ਮਹੱਲਾਂ ਦਾ ਮਾਲਕ ਹੈ। ਜੇ ਉਹ ਅੱਜ ਸ਼ਬਦ ਸਰੂਪ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ, ਤੇ ਅੱਜ ਵੇਖੋ ਜਿੱਥੇ ਉਹ ਸ਼ੋਭਦਾ ਹੈ, ਹਰ ਉਹ ਇਮਾਰਤ ਸੱਚਖੰਡ ਵਰਗੀ ਬੜੀ ਸੁੰਦਰ, ਬੜੇ ਉੱਚੇ ਉਹਦੇ ਦਰ ਨੇ, ਦਰਵਾਜ਼ੇ ਨੇ। ਹੁਣ ਭਾਈ ਨੰਦ ਲਾਲ ਕਹਿੰਦੇ, ਉਹਦੇ ਉੱਚੇ ਸੁੱਚੇ ਦਰ ਉੱਤੇ ਸਰ ਰੱਖ ਕੇ ਨਾ ਬੜੇ ਬੜੇ ਮਹਾਂਪੁਰਸ਼ ਬੈਠੇ ਰਹਿੰਦੇ ਨੇ। ਏਡਾ ਉੱਚਾ ਹੈ ਗੁਰੂ ਹਰਕ੍ਰਿਸ਼ਨ ਸੱਚਾ ਪਾਤਸ਼ਾਹ। ਜਿਹੜੇ ਲੋਕਾਂ ਵਿੱਚ ਉੱਚੇ ਗਿਣੀਦੇ ਨੇ ਮਹਾਂਪੁਰਸ਼, ਉਹ ਗੁਰੂ ਹਰਕ੍ਰਿਸ਼ਨ ਦੇ ਦਰ 'ਤੇ ਸਿਰ ਝੁਕਾਉਂਦੇ ਨੇ, ਗੁਰੂ ਪਾਤਸ਼ਾਹ ਅੱਗੇ ਸਜਦਾ ਕਰਦੇ ਨੇ। ਕਿਉਂ? ਉਹਨਾਂ ਨੂੰ ਇਸ ਗੱਲ ਦੀ ਸਮਝ ਹੈ, ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ। ਗੁਰੂ ਪਰਮੇਸ਼ਰ ਦੀ ਸੇਵਾ ਕੀਤੇ ਤੋਂ ਬਿਨਾਂ ਯੂ ਵਿਲ ਨਾਟ ਓਬਟੇਨ ਲਿਬਰੇਸ਼ਨ। ਮੁਕਤ ਨਹੀਂ ਹੋ ਸਕੇਗਾ ਤੂੰ, ਨਾ ਦੁੱਖਾਂ ਤੋਂ, ਨਾ ਰੋਗਾਂ ਤੋਂ, ਨਾ ਸੋਗਾਂ ਤੋਂ, ਨਾ 84 ਲੱਖ ਜੂਨ ਦੇ ਗੇੜ ਤੋਂ। ਗੁਰ ਪ੍ਰਸਾਦੀ ਮਿਲੈ ਹਰ ਸੋਈ, ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ। ਗੁਰੂ ਦੀ ਕਿਰਪਾ ਤੋਂ ਬਿਨਾਂ ਪਰਮਾਤਮਾ ਨਹੀਂ ਮਿਲਦਾ, ਇਹ ਦੁੱਖ ਨਹੀਂ ਕੱਟੇ ਜਾਂਦੇ। ਉਹਨਾਂ ਨੂੰ ਸਮਝ ਹੈ ਇਸ ਗੱਲ ਦੀ, ਤਾਂ ਕਰਕੇ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਦਰ 'ਤੇ ਸਜਦਾ ਕਰਦੇ ਨੇ, ਸਿਰ ਝੁਕਾਉਂਦੇ ਨੇ। ਅਗਲੇ ਸ਼ੇਰ ਵਿੱਚ ਭਾਈ ਨੰਦ ਲਾਲ ਜੀ ਛੰਦ ਵਿੱਚ ਫੁਰਮਾਨ ਕਰਦੇ ਨੇ, ਵਾਸਿਫੇ ਔਸਾਫੇ ਜਾ ਜ਼ਾਇਲਸ਼, ਹਜ਼ਾਰਾਂ ਹਜ਼ਾਰ ਸੁਲਸਵਾ ਸੁਦਸ ਬਰਗਜ਼ੀ। ਵਾਰੇਜ਼ਾ ਚੀਨੇ ਮਾਇਦ ਹੈ ਅਲਤਾਫੇ ਜਲਾਇਸ਼, ਬੇਸ਼ਜ਼ ਸ਼ੁਮਾਰ ਤਿਸਾਵਾ ਅਸ਼ਰੇ ਹਕ ਨਗੀ।
ਮਹਾਂਪੁਰਸ਼ ਕਹਿੰਦੇ ਨੇ ਆਸਿਫੇ। ਉਹ ਆਸਿਫੇ ਕੀ ਹੁੰਦਾ ਹੈ? ਸਿਫਤੋ ਸਲਾਹ, ਵਡਿਆਈ। ਔਸਾਫ ਦਾ ਮਤਲਬ ਹੁੰਦਾ ਹੈ ਮਹਾਨ, ਚੰਗੀ, ਉੱਚੀ ਵਡਿਆਈ। ਜਾਜ਼ਾਇਲਸ਼, ਇਹ ਦੋ ਲਫ਼ਜ਼ ਨੇ, ਜਾਜ਼ਾਇਲ ਤੇ ਅਸ਼। ਅਸ਼ ਦਾ ਮਤਲਬ ਹੈ ਉਹਨਾਂ ਦੀ, ਜਾਜ਼ਾਇਲ ਕਹਿੰਦੇ ਨੇ ਤਾਰੀਫ ਨੂੰ, ਕੀਰਤੀ ਨੂੰ, ਵਡਿਆਈ ਨੂੰ। ਹਜ਼ਾਰਾਂ ਹਜ਼ਾਰ ਭਾਵ ਲੱਖਾਂ ਹੀ, ਸੁਲਸ ਵਾ ਸੁਦਸ ਬਰ ਗਜ਼ੀ। ਸੁਲਸ ਕਿਹਾ ਜਾਂਦਾ ਜਿਹੜੇ ਤਿੰਨ ਮਹਾਨ ਦੇਵਤੇ ਨੇ ਨਾ, ਦੇਵਤਿਆਂ ਚੋਂ ਵੱਡੇ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ। ਅੱਗੇ ਲਫ਼ਜ਼ ਵਰਤਿਆ ਹੈ ਵਾਹ ਦਾ ਮਤਲਬ ਹੈ ਅਤੇ, ਫਿਰ ਕਹਿੰਦੇ ਨੇ ਸੁਦਸ, ਛੇ ਨੂੰ ਕਹਿੰਦੇ ਨੇ। ਤੇ ਛੇ ਕੀ ਨੇ? ਸਨਾਤਨ ਮਤ ਵਿੱਚ ਸ਼ਾਸਤਰ, ਜਿਨ੍ਹਾਂ ਦੇ ਅਕੋਰਡਿੰਗ ਸਨਾਤਨ ਮਤੀਏ ਆਪਣਾ ਜੀਵਨ ਬਤੀਤ ਕਰਦੇ ਨੇ। ਸਨਾਤਨ ਮਤੀਆਂ ਦੀ ਰਹਿਤ ਮਰਿਆਦਾ ਸਮਝ ਲਓ, ਸ਼ਾਸਤਰ। ਸੋ ਐਸੇ ਜਿਹੜੇ ਧਾਰਮਿਕ ਗ੍ਰੰਥ ਨੇ। ਬਰਗਜ਼ੀ, ਬਰ ਦਾ ਮਤਲਬ ਹੁੰਦਾ ਹੈ ਭਾ ਜਾਣਾ, ਸੋਹਣੇ ਲੱਗਣਾ, ਪਸੰਦ ਆ ਜਾਣਾ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਤੁਹਾਡੀਆਂ ਜਿਹੜੀਆਂ ਉੱਚੀਆਂ ਸੁੱਚੀਆਂ ਮਹਾਨ ਸਿਫਤਾਂ ਨੇ ਨਾ, ਤੁਹਾਡੇ ਜਿਹੜੇ ਗੁਣ ਨੇ, ਤੁਹਾਡੀ ਜਿਹੜੀ ਕੀਰਤੀ ਹੈ, ਵਡਿਆਈ ਹੈ, ਇਹਨਾਂ ਤਿੰਨਾਂ ਦੇਵਤਿਆਂ ਵਰਗੇ, ਬ੍ਰਹਮਾ, ਵਿਸ਼ਨੂੰ, ਸ਼ਿਵ ਵਰਗੇ ਲੱਖਾਂ ਹੀ ਦੇਵਤੇ, ਕਈ ਧਾਰਮਿਕ ਗ੍ਰੰਥ, ਸ਼ਾਸਤਰ, ਐ ਗੁਰੂ ਹਰਿਕ੍ਰਿਸ਼ਨ ਸਾਹਿਬ, ਇਹ ਸਾਰੀਆਂ ਹੀ ਦਿਸ਼ਾਵਾਂ ਆਪ ਦੀ ਵਡਿਆਈ ਗਾਉਂਦੇ ਨੇ, ਆਪ ਨੂੰ ਪਸੰਦ ਕਰਦੇ ਨੇ। ਹੁਣ ਤੁਸੀਂ ਆਖੋਗੇ ਇਹ ਤੇ ਪੁਰਾਣੇ ਸਮੇਂ ਵਿੱਚ ਹੋਏ ਨੇ ਦੇਵਤੇ, ਗੁਰੂ ਹਰਿਕ੍ਰਿਸ਼ਨ ਸਾਹਿਬ ਕੁਝ ਸਮਾਂ ਪਹਿਲਾਂ ਦੀ ਤੇ ਬਾਤ ਹੈ। ਹੁਣ ਇੱਥੇ ਇਸ ਗੱਲ ਨੂੰ ਸਮਝਿਓ ਵੀ ਜਿਹੜੇ ਨਿਰਗੁਣ ਸਰੂਪ ਨੂੰ ਦੇਵਤੇ ਜਪਦੇ ਨੇ ਨਾ, ਉਹੀ ਗੁਰੂ ਬਣ ਕੇ ਦੁਨੀਆ ਤੇ ਆਇਆ ਹੈ। ਤੂੰ ਸਤਿਗੁਰ ਚਹੋਂ ਜੁਗੀ ਆਪ, ਆਪੇ ਪਰਮੇਸ਼ਰ। ਸੋ ਐ ਗੁਰੂ ਹਰਿਕ੍ਰਿਸ਼ਨ ਸਾਹਿਬ ਤੁਹਾਡੇ ਨਿਰਗੁਣ ਸਰੂਪ ਨੂੰ ਸਭ ਦੇਵਤੇ, ਸਭ ਰਹਿਬਰ, ਸਭ ਧਾਰਮਿਕ ਗ੍ਰੰਥ ਗਾਉਂਦੇ ਨੇ, ਪਸੰਦ ਕਰਦੇ ਨੇ, ਵਡਿਆਈ ਕਰਦੇ ਨੇ ਤੁਹਾਡੀ। ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਹੋ ਨਾ, ਤੇ ਭੱਟ ਸਾਹਿਬਾਨਾਂ ਨੇ ਸਾਫ਼ ਲਿਖਿਆ ਹੈ। ਹੁਣ ਭੱਟ ਸਨਾਤਨ ਮਤ ਤੋਂ ਬਿਲੋਂਗ ਕਰਦੇ ਸਨ, ਗੁਰੂ ਦੇ ਦਰਸ਼ਨ ਕਰਕੇ ਸਿੱਖ ਹੋਏ, ਬੜੇ ਵੱਡੇ ਕਵੀ ਨੇ। ਕਹਿੰਦੇ ਗਾਵਹਿ ਗੁਣ ਵਰਨ ਚਾਰ ਖਟ ਦਰਸ਼ਨ, ਬ੍ਰਹਮਾਦਿਕ ਸਿਮਰੰਥ ਗੁਣਾ। ਬ੍ਰਹਮਾ ਜੀ ਵਰਗੇ ਦੇਵਤੇ, ਛੇ ਭੇਖ, ਛੇ ਸ਼ਾਸਤਰ, ਚਾਰ ਵਰਣ, ਬ੍ਰਾਹਮਣ, ਛਤਰੀ, ਸੂਦ, ਵੈਸ਼, ਸਾਰੇ ਦੇ ਸਾਰੇ ਗੁਰੂ ਪਾਤਸ਼ਾਹ ਤੁਹਾਨੂੰ ਜਪਦੇ ਨੇ। ਗਾਵੈ ਗੁਣ ਸ਼ੇਸ ਸਹਿਸ ਜਿਹਬਾ ਰਸ ਆਦ ਅੰਤ ਲਿਵ ਲਾਗ ਧੁਨਾ। ਸ਼ੇਸ਼ਨਾਗ ਵਰਗੇ ਹਜ਼ਾਰਾਂ ਜੀਭਾਂ ਵਾਲੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਰਾਹੀਂ ਭੱਟ ਕਹਿੰਦੇ, ਹੇ ਗੁਰੂ ਨਾਨਕ ਤੈਨੂੰ ਹੀ ਜਪਦੇ ਨੇ, ਤੇਰੇ ਘਰ ਨੂੰ ਹੀ ਜਪਦੇ ਨੇ। ਗਾਵੈ ਗੁਣ ਮਹਾਦੇਵ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੁਜਸ ਗਾਵੋ। ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਸ਼ਿਵ ਵਰਗੇ ਬੜੇ ਬੜੇ ਮਹਾਂਪੁਰਸ਼ ਜੋਗੀ ਜਨ ਤੈਨੂੰ ਹੀ ਜਪਦੇ ਨੇ। ਯੂਰ ਪ੍ਰੇਜ਼ ਇਜ਼ ਸਬਲਾਈਮ, ਤੇਰੇ ਵਰਗੀ ਉੱਚੀ ਵਡਿਆਈ ਹੋਰ ਕਿਸੇ ਦੀ ਨਹੀਂ ਹੈ ਗੁਰੂ ਨਾਨਕ। ਕਿਉਂ ਜਪਦੇ ਨੇ? ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਕਿਉਂਕਿ ਗੁਰੂ ਪਾਤਸ਼ਾਹ ਵਿੱਚ ਅਕਾਲ ਪੁਰਖ ਪ੍ਰਗਟ ਹੈ, ਇਹ ਪ੍ਰਚਲਿਤ ਹੈ ਦੁਨੀਆ ਤੇ। ਸਤਿਗੁਰ ਮਿਲਿਆ
ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਕਿਉਂਕਿ ਗੁਰੂ ਹੀ ਮੁਕਤੀ ਦਾਤਾ ਹੈ। ਇਸ ਕਰਕੇ ਸਭ ਰਹਿਬਰ ਦੇਵੀ ਦੇਵਤੇ ਉਸ ਨੂੰ ਪਸੰਦ ਕਰਦੇ ਨੇ, ਉਹਦੇ ਗੀਤ ਗਾਉਂਦੇ ਨੇ। ਫਿਰ ਕਹਿੰਦੇ ਨੇ ਵਾ ਰੇਜ਼ਾ ਚੀਨੇ ਮਾਇਦ ਹੈ ਅਲਤਾਫੇ ਜ਼ਲਾਇਸ਼। ਹੁਣ ਇੱਥੇ ਲਫ਼ਜ਼ ਹੈ ਵਾਹ। ਵਾਹ ਦਾ ਮਤਲਬ ਹੈ ਅਤੇ। ਰੇਜ਼ਾ ਦਾ ਮਤਲਬ ਹੁੰਦਾ ਹੈ ਰੰਚਕ ਮਾਤਰ, ਛੋਟਾ ਜਿਹਾ। ਚੀਨੇ, ਚੀਨੇ ਜਿਹੜਾ ਲਫ਼ਜ਼ ਹੈ ਨਾ, ਚੀਨੇ ਤੋਂ ਭਾਵ ਹੈ ਚੁਣ ਲੈਣਾ। ਚੀਨੇ ਤੋਂ ਭਾਵ ਹੈ ਚੁਣਨ ਵਾਲੇ। ਮਾਇਦ ਹੈ ਇੱਕ ਨਾ ਦਸਤਰਖਾਨ ਹੁੰਦਾ ਹੈ। ਜਦੋਂ ਮੁਸਲਮਾਨ ਵੀਰ ਪ੍ਰਸ਼ਾਦਾ ਛਕਦੇ ਨੇ ਨਾ, ਇੱਕੋ ਥੱਲੇ ਕੱਪੜਾ ਵਿਛਾਉਂਦੇ ਨੇ, ਜਿਹਦੇ ਉੱਤੇ ਉਹ ਪ੍ਰਸ਼ਾਦਾ ਭੋਜਨ ਪਰੋਸਦੇ ਨੇ, ਬਹਿ ਕੇ ਛਕਦੇ ਨੇ। ਉਸ ਨੂੰ ਮਾਇਦ ਹੈ ਕਿਹਾ ਜਾਂਦਾ ਹੈ, ਦਸਤਰਖਾਨ ਕਿਹਾ ਜਾਂਦਾ ਹੈ। ਅੱਗੇ ਲਫ਼ਜ਼ ਹੈ ਅਲਤਾਫੇ। ਅਲਤਾਫੇ ਦਾ ਮਤਲਬ ਹੈ ਕਰਮ, ਰਹਿਮ, ਮਿਹਰਾਂ, ਝੋਲੀਆਂ ਭਰਨੀਆਂ, ਬਖਸ਼ਿਸ਼। ਜ਼ਲਾਇਸ਼, ਭਾਈ ਨੰਦ ਲਾਲ ਕਹਿੰਦੇ ਨੇ ਜ਼ਲਾਏ ਅਸ਼, ਇਹ ਦੋ ਲਫ਼ਜ਼ ਬਣਾ ਲਵੋ। ਅਸ਼ ਦਾ ਮਤਲਬ ਉਹਨਾਂ ਦੀ, ਜ਼ਲਾਏ ਦਾ ਮਤਲਬ ਹੈ ਮਿਹਰਬਾਨੀ, ਬਜ਼ੁਰਗੀ, ਬਰਕਤ। ਫਿਰ ਕਹਿੰਦੇ ਨੇ ਬੇਸ਼ ਅਜ਼ ਸ਼ੁਮਾਰ। ਬੇਸ਼ ਦਾ ਮਤਲਬ ਹੈ ਬਹੁਤਾਤ ਵਿੱਚ, ਬਹੁਤ ਹੀ ਜ਼ਿਆਦਾ। ਅਜ਼ ਦਾ ਮਤਲਬ ਤੋਂ ਸ਼ੁਮਾਰ ਕਹਿੰਦੇ ਨੇ ਜਿਹਦੀ ਗਿਣਤੀ ਨਾ ਹੋ ਸਕੇ, ਬੇਗਿਣਤ। ਤਿਸੈ ਵਾ ਅਸ਼ਰੇ ਹਕ ਨਗੀ। ਤਿਸੈ ਗਿਣਤੀ ਹੈ, 9 ਨੂੰ ਕਹਿੰਦੇ ਨੇ। ਵਾਹ ਅਸ਼ਰੇ, ਵਾਹ ਅਤੇ ਨੂੰ ਕਹਿੰਦੇ ਨੇ। ਅਸ਼ਰੇ ਦਾ ਮਤਲਬ 10 ਹੈ। ਹੱਕ ਨਗੀ। ਨਗੀਨ ਕਿਹਨੂੰ ਕਹਿੰਦੇ ਨੇ? ਨਗੀਨਾ, ਹੀਰੇ ਜਵਾਹਰਾਤਾਂ ਨੂੰ। ਹੱਕ ਰੱਬ ਨੂੰ ਕਹਿੰਦੇ ਨੇ, ਸੱਚ ਨੂੰ ਕਹਿੰਦੇ ਨੇ। ਇਹ ਲੰਮਾ ਸ਼ੇਰ ਹੈ, ਇਹਦੇ ਅਰਥ ਬੜੇ ਸੁੰਦਰ ਨੇ। ਕਹਿੰਦੇ ਐ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਦੁਨੀਆ 'ਤੇ 9 ਨਾਥ ਨੇ, ਮਸ਼ਹੂਰ ਨੇ ਨਾ, ਗੋਰਖ, ਮਛੰਦਰ, ਇਹ ਚਰਪਟ, ਘੁੱਗੂ ਵਰਗੇ। ਇਹ ਜਿਹੜੇ 9 ਨਾਥ ਨੇ, ਹੋਰ 9ਾਂ ਦੀ ਗਿਣਤੀ ਕੀ ਹੈ? 9 ਗ੍ਰਹਿ ਨੇ, ਮਰਕਰੀ, ਪਲੂਟੋ ਆਦਿਕ ਗ੍ਰਹਿ ਨੇ ਨਾ, ਸੂਰਜ, ਚੰਦ ਆਦਿਕ। ਇਹ ਜਿਹੜੇ 9 ਮਹਾਰਾਜ ਨਾਥ ਨੇ, ਜਿਹੜੇ 9 ਗ੍ਰਹਿ ਨੇ, ਤੇ 10 ਕੀ ਨੇ? ਵਿਸ਼ਨੂੰ ਜੀ ਦੇ ਅਵਤਾਰ, ਮਛ, ਕਛ, ਨਰ, ਸਿੰਘ ਆਦਿਕ, ਰਾਮ ਜੀ, ਕ੍ਰਿਸ਼ਨ ਜੀ ਆਦਿਕ ਮਹਾਂਪੁਰਸ਼ ਜਿਹੜੇ ਨੇ। ਭਾਈ ਸਾਹਿਬ ਭਾਈ ਨੰਦ ਲਾਲ ਸਨਾਤਨ ਮਤੀਏ ਨੇ, ਪਰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਕੇ ਸਿੰਘ ਹੋਏ, ਸਿੰਘ ਸੱਜ ਗਏ। ਔਰ ਉਹ ਬਿਆਨ ਕਰਦੇ ਨੇ ਗੁਰੂ ਦੀ ਹਸਤੀ। ਕਹਿੰਦੇ ਪਰਮੇਸ਼ਰ ਦਾ ਸਰੂਪ ਹੋਣ ਦੇ ਕਾਰਨ 9 ਗ੍ਰਹਿ, 9 ਨਾਥ, 10 ਅਵਤਾਰ। ਜਿਵੇਂ ਕੋਈ ਇਸਲਾਮ ਜਗਤ ਵਾਲਾ ਦਸਤਰਖਾਨ ਵਿਛਾ ਕੇ, ਮਾਇਦ ਹੈ ਵਿਛਾ ਕੇ ਭੋਜਨ ਰੱਖ ਕੇ ਛਕਦਾ ਹੈ ਨਾ, ਇਉਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਤੇਰਾ ਮਿਹਰਬਾਨੀਆਂ ਦਾ ਦਸਤਰਖਾਨ ਵਿਛਾ ਕੇ ਤੇਰੇ ਪਾਸੋਂ ਇਹ ਸਾਰੇ ਹੀ ਮੰਗਦੇ ਨੇ। ਭਾਵ ਤੂੰ ਸਭਨਾਂ ਦਾ ਦਾਤਾਰ ਹੈ। ਮਿਹਰਾਂ ਰੂਪ ਤੇਰੇ ਦਸਤਰਖਾਨੇ ਤੋਂ ਇਹ ਦਾਤਾਂ ਰੂਪ ਨਗੀਨੇ ਚੁਣਨ ਵਾਲੇ ਨੇ, ਮੰਗਣ ਵਾਲੇ ਨੇ। ਤੇਰੇ ਦਰ ਤੋਂ ਹੀ ਬੇਗਿਣਤ ਦਾਤਾਂ ਇਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ। ਭਾਵ ਸਭਨਾਂ ਦਾ ਦਾਤਾ ਤੂੰ ਹੀ ਹੈ। ਇਹ ਭਾਈ ਨੰਦ ਲਾਲ ਦੀ ਨਜ਼ਰ ਹੈ, ਇੱਕ ਪੂਰਨ ਗੁਰਸਿੱਖ ਦੀ ਨਜ਼ਰ ਹੈ। ਇਉਂ ਸਮਝ ਲਓ ਮਿਹਰਾਂ ਰੂਪ ਨਗੀਨੇ ਇਹ ਤੇਰੇ ਦਰ ਤੋਂ ਚੁਣਦੇ ਨੇ। ਔਰ ਕਿਤਨੀਆਂ ਕੁ ਬਖਸ਼ਿਸ਼ਾਂ ਕਰਦਾ ਹੈ ਜਿਨ੍ਹਾਂ ਦੀ ਗਿਣਤੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸਤਿਗੁਰ ਪੁਰਖ ਦਾਤਾ ਵੱਡ ਦਾਣਾ। ਜਿਹੜਾ ਸਤਿਗੁਰੂ ਹੈ
ਉਹ ਪੂਰਨ ਪੁਰਸ਼ ਹੈ, ਪਰਮਾਤਮਾ ਦਾ ਸਵਰੂਪ ਹੈ, ਉਹ ਦਾਤਾਰ ਹੈ, ਉਹ ਦਾਤਾ ਹੈ, ਸਭਨਾਂ ਨੂੰ ਦੇਣ ਵਾਲਾ ਹੈ। ਤੇ ਦਾਣਾ ਕਹਿੰਦੇ ਨੇ ਦਾਨਾ ਬੜਾ ਹੈ, ਉਹ ਸਿਆਣਪਾਂ ਵੀ ਵੰਡਦਾ ਹੈ, ਸੁਰਤੀ ਬਿਰਤੀ ਵੀ ਉੱਚੀ ਬਖਸ਼ ਦਿੰਦਾ ਹੈ। ਉਹ ਬੜਾ ਸੂਝਵਾਨ ਹੈ, ਸਿਆਣਾ ਹੈ, ਲੋੜ ਅਨੁਸਾਰ ਸਭ ਨੂੰ ਦਿੰਦਾ ਹੈ। ਸੋ ਸਾਰੇ ਹੀ ਉਸ ਪਾਸੋਂ ਮੰਗਣ ਵਾਲੇ ਨੇ। ਗੁਰੂ ਇਜ਼ ਦਾ ਪ੍ਰਾਈਮਲ ਬੀਇੰਗ, ਹੀ ਇਜ਼ ਦਾ ਗਿਵਰ, ਹੀ ਇਜ਼ ਦਾ ਕ੍ਰੀਏਟਰ। ਪਤਾ ਹੀ ਨਹੀਂ ਕਿੰਨੀਆਂ ਕੁ ਬਰਕਤਾਂ ਨੇ ਗੁਰੂ ਦੇ ਵਿੱਚ, ਸਭ ਉਹਦੇ ਪਾਸੋਂ ਹੀ ਮੰਗਦੇ ਨੇ। ਹੁਣ ਅੱਗੇ ਇਹਦੇ ਤੋਂ ਬਾਅਦ ਜਿਹੜੇ 3 ਸ਼ੇਰ ਨੇ ਨਾ, ਜਿਵੇਂ ਦਾਸ ਜ਼ਿਕਰ ਕਰਦਾ ਹੁੰਦਾ ਵੀ ਗੰਜਨਾਮੇ ਵਿੱਚ 10 ਪਾਤਸ਼ਾਹੀਆਂ ਦੇ ਨਾਮ ਦੀ ਪਰਸ਼ੀਅਨ ਵਿੱਚ, ਫਾਰਸੀ ਵਿੱਚ ਡੈਫੀਨੇਸ਼ਨ ਹੈ, ਕੱਲੇ ਕੱਲੇ ਅੱਖਰ ਦਾ ਅਰਥ ਕੀਤਾ ਹੈ ਭਾਈ ਨੰਦ ਲਾਲ ਨੇ। ਇਹਨਾਂ 3 ਸ਼ੇਰਾਂ ਵਿੱਚ, ਛੰਦਾਂ ਵਿੱਚ ਹਰ ਕ੍ਰਿਸ਼ਨ ਲਫ਼ਜ਼ ਦੇ ਅਰਥ ਭਾਈ ਨੰਦ ਲਾਲ ਜੀ ਕਰਦੇ ਨੇ। ਹਾਹੇ ਤੋਂ ਸ਼ੁਰੂ ਹੁੰਦੇ ਨੇ, ਉਹਨਾਂ ਦਾ ਫੁਰਮਾਨ ਹੈ, ਹਾਏ ਨਾਮੇ ਫਾਰੁਖ ਫਰਜ਼ਾਮਸ਼ ਹਜ਼ੀਮਤ ਅਫਗਾਨੇ ਦੇਵੇ ਆਲਮਗੀਰ ਵਾਰਾਏ ਰਾਸਤੀ ਨੁਮਾਇਸ਼ ਸਦਰ ਨਾਸ਼ੀਨੇ ਜਾਵੇਦਾਨੀ ਸਰੀਰ। ਹਾਏ ਜਿਹੜਾ ਲਫ਼ਜ਼ ਹੈ ਨਾ, ਇਹ ਹਾਹੇ ਨੂੰ ਕਿਹਾ ਜਾਂਦਾ ਹੈ। ਜਦੋਂ ਤੁਸੀਂ ਗ੍ਰਾਮਰ ਪੜ੍ਹਦੇ ਹੋ ਅਰਬੀ ਫਾਰਸੀ ਦੀ, ਹੇ ਨੂੰ ਹਾਹਾ ਕਹਿੰਦੇ ਨੇ, ਹਾਏ ਨੂੰ ਪੰਜਾਬੀ ਵਿੱਚ ਆਪਾਂ ਹਾਹਾ ਕਹਿੰਦੇ ਹਾਂ। ਇਹ ਜਿਹੜਾ ਹੇ ਲਫ਼ਜ਼ ਹੈ, ਜਿਹੜਾ ਹਾਏ ਲਫ਼ਜ਼ ਹੈ, ਨਾਮੇ ਤੋਂ ਭਾਵ ਉਹਨਾਂ ਦੇ ਨਾਮ ਦਾ। ਫਾਰੁਖ, ਫਾਰੁਖ ਦਾ ਜਿਹੜਾ ਭਾਵ ਹੈ ਨਾ, ਫਾਰੁਖ ਕਹਿੰਦੇ ਨੇ ਜੋ ਬੜਾ ਹੀ ਪਵਿੱਤਰ ਹੈ, ਜੋ ਬੜਾ ਪਾਕ ਹੈ, ਮੁਬਾਰਕ ਹੈ। ਜੋ ਫਰਜ਼ਾਮਸ਼, ਇਹ ਪਦਛੇਦ ਕਰੋ, ਫਰਜ਼ਾਮ ਅਸ਼ 2 ਲਫ਼ਜ਼ ਨੇ। ਅਸ਼ ਦਾ ਮਤਲਬ ਉਹਨਾਂ ਦਾ, ਫਰਜ਼ਾਮ ਜਿਹੜਾ ਲਫ਼ਜ਼ ਹੈ ਉਹਦਾ ਮਤਲਬ ਹੁੰਦਾ ਹੈ ਬਹੁਤਾਤ ਵਿੱਚ, ਬਹੁਤਾ, ਵਧੇਰਿਓਂ ਵਧੇਰੇ। ਹਜ਼ੀਮਤ, ਹਜ਼ੀਮਤ ਕਹਿੰਦੇ ਨੇ ਹਾਰਨਾ, ਹਾਰ ਨੂੰ। ਅਫਗਾਨੇ, ਅਫਗਾਨੇ ਤੋਂ ਭਾਵ ਹੈ ਕਿਸੇ ਨੂੰ ਉਲਟਾ ਕੇ ਸੁੱਟ ਦੇਣਾ, ਕਿਸੇ ਨੂੰ ਪਟਕ ਦੇਣਾ, ਪੁੱਠਾ ਕਰਕੇ ਸੁੱਟ ਦੇਣਾ। ਦੇਵੇ, ਦੇਵੇ ਕਿਹਾ ਜਾਂਦਾ ਹੈ ਧਰਮਰਾਜ ਨੂੰ ਵੀ, ਭੂਤਾਂ ਪ੍ਰੇਤਾਂ ਨੂੰ ਵੀ, ਤੇ ਜਿਹੜੇ ਜਮ ਬੰਦੇ ਦੇ ਸਵਾਸ ਕੱਢ ਕੇ ਲਿਜਾਂਦੇ ਨੇ, ਜਮਾਂ ਨੂੰ ਵੀ, ਇਜ਼ਰਾਈਲ ਨੂੰ, ਮੈਸੇਂਜਰ ਆਫ ਡੈਥ। ਆਲਮਗੀਰ, ਆਲਮ ਦਾ ਮਤਲਬ ਸੰਸਾਰ ਹੈ, ਗੀਰ ਦਾ ਮਤਲਬ ਪਕੜ ਲੈਣਾ। ਸੰਸਾਰ ਨੂੰ ਕੌਣ ਪਕੜ ਕੇ ਖੜਦਾ ਹੈ? ਜਮ, ਧਰਮ ਰਾਜਾ। ਐ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਤੁਹਾਡੇ ਪਵਿੱਤਰ ਨਾਮ ਦਾ ਹਾਏ ਹੇ, ਇਹ ਉਪਦੇਸ਼ ਕਰਦਾ ਹੈ ਕਿ ਗੁਰੂ ਸਾਹਿਬ ਦੁਨੀਆ ਨੂੰ ਫੜਨ ਵਾਲੇ ਧਰਮ ਰਾਜੇ ਨੂੰ ਵੀ ਭਟਕਾਉਣ ਵਾਲੇ ਨੇ, ਹਾਰ ਦੇਣ ਵਾਲੇ ਨੇ। ਭਾਵ ਭੂਤਾਂ ਪ੍ਰੇਤਾਂ ਨੂੰ ਵੀ ਹਾਰ ਦੇਣ ਵਾਲੇ ਨੇ। ਭਾਵ ਧਰਮ ਰਾਜਾ ਵੀ, ਮੌਤ ਦਾ ਦੇਵਤਾ ਵੀ ਉਹਨਾਂ ਦੇ ਹੁਕਮ ਵਿੱਚ ਚੱਲਦਾ ਹੈ। ਐਸੀ ਅਜ਼ਮਤ, ਐਸੀ ਪਹੁੰਚ ਹੈ ਉਹਨਾਂ ਦੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਪੁੱਛੀਏ, ਇੱਕ ਸਾਡੇ 'ਚ ਨਾ ਕਾਂ ਕਿਆਰੀ ਜੀ ਪੈਦਾ ਹੋਈ ਹੈ, ਫਸਲ 'ਚ ਪੈਦਾ ਹੋ ਜਾਏ ਤੇ ਉਹ ਫਸਲ ਦਾ ਨੁਕਸਾਨ ਕਰਦੀ ਹੈ, ਕੁਤਰਕੀ ਪ੍ਰਚਾਰਕ। ਉਹ ਕਹਿੰਦੇ ਨੇ ਨਾ 84 ਲੱਖ ਜੂਨ ਹੀ ਹੈ, ਨਾ ਦੇਵੀ ਦੇਵਤੇ ਹੀ ਨੇ, ਨਾ ਨਰਕ ਸਵਰਗ ਹੀ ਹੈ, ਸਭ ਇੱਥੇ ਹੀ ਹੈ ਆਖੇ ਧਰਤੀ ਤੇ। ਆਓ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਵੀ ਉਹ ਕਹਿੰਦੇ ਵੀ ਧਰਮ ਰਾਜਾ ਤੇ ਹੈ ਹੀ ਨਹੀਂ। ਜਦੋਂ ਨਰਕ ਸਵਰਗ ਹੀ ਨਹੀਂ ਤੇ ਫਿਰ ਕਚਹਿਰੀ ਕੀ ਸੱਜੇਗੀ ਉੱਤੇ, ਤੇ ਸਜ਼ਾ ਕਾਹਦੀ ਤੇ ਗੁਨਾਹ ਕੌਣ ਗਿਣੇਗਾ? ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਵੀ ਧਰਮ ਰਾਜਾ ਹੈ, ਕੋਈ ਨਿਆਂ ਹੁੰਦਾ ਹੈ? ਜਿਵੇਂ ਇੱਥੇ ਦੁਨੀਆ ਵਿੱਚ ਕਟਹਿਰੀ,
ਇੱਕ ਸੱਜਦੀ ਹੈ, ਜੱਜ ਬਹਿੰਦਾ ਹੈ, ਗੁਨਾਹਾਂ ਦੀ ਗਿਣਤੀ ਮਿਣਤੀ ਹੁੰਦੀ ਹੈ। ਕੀ ਉਸ ਪਰਲੋਕ ਵਿੱਚ ਵੀ ਕੋਈ ਐਸੀ ਕਚਹਿਰੀ ਹੈ, ਕਟਹਿਰਾ ਹੈ, ਕਟਹਿਰੀ ਹੈ? ਤੇ ਪਾਤਸ਼ਾਹ ਕਹਿੰਦੇ ਨੇ ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਕਹਿੰਦੇ ਧਰਮ ਰਾਜਾ ਵੀ ਉਹਦਾ ਬਣਾਇਆ ਦੇਵਤਾ ਹੈ, ਜੋ ਇੱਕ ਕਚਹਿਰੀ ਸਾਜਦਾ ਹੈ ਔਰ ਉਹਦੇ ਵਿੱਚ ਉਹ ਗੱਲਾਂ ਸੁਣਦਾ ਹੈ ਤੇ ਗੱਲਾਂ ਸੁਣ ਕੇ ਕਰਮਾਂ ਦਾ ਫਲ ਦਿੰਦਾ ਹੈ। ਉਹਦਾ ਕਰਮ ਇਹ ਹੈ, ਪਰਮਾਤਮਾ ਦੇ ਹੁਕਮ ਵਿੱਚ, that ਧਰਮਰਾਜ ਇਜ਼ ਦਾ ਰਾਈਟੀਐਸ ਜੱਜ। ਕਹਿੰਦੇ ਜੱਜ ਹੈ ਉਹ ਪਰਲੋਕ ਦੇ ਅੰਦਰ, ਔਰ ਉਹ ਫੈਸਲਾ ਕਰਦਾ ਹੈ। ਉਹ ਦਲਾਲਗੀ ਕਰੇਗਾ, ਗੱਲਾਂ ਸੁਣ ਕੇ ਉਹ ਮੰਦੇ ਚੰਗੇ ਕਰਮਾਂ ਦਾ ਹਿਸਾਬ ਕਰਕੇ ਸਜ਼ਾ ਦੇਵੇਗਾ। ਹੁਣ ਇੱਥੇ ਭਾਈ ਨੰਦ ਲਾਲ ਕਹਿੰਦੇ ਉਹ ਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਹੈ। ਇਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਤਿਗੁਰ ਆਖੈ ਸੱਚਾ ਕਰੇ ਸਾ ਬਾਤ ਹੋਵੈ ਦਰਹਾਲੀ। ਜਦੋਂ ਧਰਮ ਰਾਏ ਨੂੰ ਗੁਰੂ ਸਾਹਿਬ ਆਖਣਗੇ ਨਾ ਵੀ ਇਹ ਸਾਡਾ ਸਿੱਖ ਹੈ, ਇਹ ਸੱਚ ਬੋਲਦਾ ਹੈ, ਇਹ ਗੁਰ ਮਰਿਆਦਾ ਵਿੱਚ ਚੱਲਿਆ ਹੈ, ਤੇ ਉਹ ਧਰਮ ਰਾਜਾ ਗੁਰੂ ਦੇ ਆਖੇ ਲੱਗ ਜਾਵੇਗਾ। ਸਾ ਬਾਤ ਹੋਵੈ ਦਰਹਾਲੀ, ਸ਼ੀਘਰ ਹੀ ਉਸੇ ਸਮੇਂ ਹੀ ਗੁਰੂ ਦੀ ਆਗਿਆ ਮੰਨ ਕੇ ਉਹਨੂੰ ਸੱਚਖੰਡ ਭੇਜ ਦੇਵੇਗਾ। ਉਹ ਸੱਚਾ ਨਿਆਂ ਕਰੇਗਾ। ਉਹ ਗੁਰੂ ਦੇ ਹੁਕਮ ਵਿੱਚ ਹੀ ਧਰਮਰਾਜ ਹੈ। ਜਿਹੜੇ ਚੰਗੇ ਕਰਮ ਕਰਦੇ ਨੇ, ਕਿਸੇ ਦਾ ਬੁਰਾ ਨਹੀਂ ਚਿਤਵਦੇ, ਰੱਬ ਦੇ ਗੀਤ ਗਾਉਂਦੇ ਨੇ, ਉਹਨਾਂ ਦੀ ਰੱਖਿਆ ਗੁਰੂ ਪਾਤਸ਼ਾਹ ਕਰਦੇ ਨੇ। ਸੋ ਧਰਮ ਰਾਏ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ, ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਹੈ। ਮਹਾਰਾਜ ਦੀ ਇੰਨੀ ਅਜ਼ਮਤ ਹੈ, ਇੰਨੀ ਤਾਕਤ ਹੈ। ਹੁਣ ਇੱਥੇ ਇਸ ਲਫ਼ਜ਼ ਨੂੰ ਸਮਝਣ ਦਾ ਯਤਨ ਕਰਿਓ। ਹਾਹੇ ਤੋਂ, ਹੇ ਤੋਂ, ਹਾਏ ਤੋਂ ਹਜ਼ੀਮਤ ਲਫ਼ਜ਼ ਵਰਤਿਆ ਹੈ। ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਪਾਕ ਨਾਮ ਦਾ ਜੋ ਹੇ ਹੈ, ਹਾਏ ਹੈ, ਹਾਹਾ ਹੈ, ਉਹ ਸਾਨੂੰ ਇਹ ਉਪਦੇਸ਼ ਕਰਦਾ ਹੈ ਵੀ ਗੁਰੂ ਸਾਹਿਬ ਧਰਮ ਰਾਜੇ ਨੂੰ ਵੀ ਹਜ਼ੀਮਤ ਭਾਵ ਹਾਰ ਦੇਣ ਵਾਲੇ ਨੇ, ਹੁਕਮ 'ਚ ਚਲਾਉਣ ਵਾਲੇ ਨੇ। ਮੌਤ ਦਾ ਸਭ ਨੂੰ ਡਰ ਹੈ। ਜਿਹੜੇ ਗੁਰੂ ਦਾ ਨਾਮ ਜਪਦੇ ਨੇ ਉਹ ਮੌਤ ਤੋਂ ਨਹੀਂ ਡਰਦੇ, ਧਰਮ ਰਾਜੇ ਤੋਂ ਨਹੀਂ ਡਰਦੇ। ਉਹ ਜੰਮਣ ਮਰਨ ਨੂੰ ਗੁਰੂ ਦਾ ਹੁਕਮ ਸਮਝਦੇ ਨੇ। ਜੇ ਮੌਤ ਤੋਂ ਖਾਲਸਾ ਪੰਥ ਡਰਦਾ ਹੁੰਦਾ ਤੇ 10 ਲੱਖ ਸ਼ਹੀਦੀ ਨਾ ਹੁੰਦੀ, ਬਾਬਾ ਤਾਰੂ ਸਿੰਘ ਖੋਪੜ ਨਾ ਲਵਾਉਂਦਾ, ਚਰਖੜੀ ਤੇ ਨਾ ਚੜ੍ਹਦਾ, ਮਤੀ ਦਾਸ ਬਾਬਾ ਸਤੀ ਦਾਸ ਸ਼ਹਾਦਤ ਨਾ ਮਾਣਦੇ, ਭਾਈ ਦਿਆਲਾ ਦੇਗ ਵਿੱਚ ਉਬਾਲਿਆ ਨਾ ਜਾਂਦਾ, ਭੈ ਭੀਤ ਹੋ ਜਾਂਦਾ। ਇਹਨਾਂ ਨੂੰ ਡਰ ਨਹੀਂ ਹੈ, ਕਿਉਂਕਿ ਜਾਣਦੇ ਨੇ ਗੁਰੂ ਦੀ ਅਜ਼ਮਤ, ਗੁਰੂ ਦੀ ਬਰਕਤ ਐਸੀ ਹੈ, ਸੂਲੀ ਤੋਂ ਕੰਡਾ ਕਰ ਦਿੰਦਾ, ਦਰਦ ਹੋਣ ਹੀ ਨਹੀਂ ਦਿੰਦਾ। ਤੁਸੀਂ ਦੇਖੋ, ਕਿਸੇ ਦਾ ਸਿਰ ਦਰਦ ਕਰਦਾ ਹੈ, ਇੱਕ ਨੇ ਗੋਲੀ ਖਾ ਲਈ, ਦੂਸਰੇ ਦਾ ਸਿਰ ਦਰਦ ਕੀਤਾ, ਉਹਨੇ ਦਵਾਈ ਨਹੀਂ ਲਈ, ਉਹਨੇ ਦਰਦ ਹੰਢਾ ਲਿਆ। ਦਰਦ ਸਿਰ ਦੋਨਾਂ ਦਾ ਹੀ ਕਰੇ, ਦਵਾਈ ਖਾਣ ਵਾਲੇ ਨੂੰ ਮਹਿਸੂਸ ਨਹੀਂ ਹੋਇਆ। ਦੁੱਖ ਹਰੇਕ ਦੇ ਜੀਵਨ ਵਿੱਚ ਆਉਂਦਾ ਹੈ, ਦਰਦ ਹਰੇਕ ਦੇ ਜੀਵਨ ਵਿੱਚ ਆਉਂਦਾ ਹੈ। ਬਾਣੀ ਸੁੰਨ ਕਰ ਦਿੰਦੀ ਹੈ, ਬਾਣੀ ਐਸੀ ਬਰਕਤ ਬਖਸ਼ ਦਿੰਦੀ ਹੈ, ਦਰਦ ਦਰਦ ਹੋ ਕੇ ਲੱਗਦਾ ਹੀ ਨਹੀਂ ਹੈ, ਦਰਦ ਦਰਦ ਜਾਪਦਾ ਹੀ ਨਹੀਂ ਹੈ। ਤੇ ਜਿਨ੍ਹਾਂ ਨੇ ਬਾਣੀ ਰੂਪੀ ਔਸ਼ਧੀ ਨਹੀਂ ਖਾਧੀ, ਦਵਾਈ ਨਹੀਂ ਲਈ, ਉਹਨਾਂ ਨੂੰ ਦਰਦ ਭਾਫਦਾ ਹੈ। ਸੋ ਮਹਾਰਾਜ ਕਹਿੰਦੇ ਨੇ ਗੁਰੂ ਦੇ ਹੁਕਮ ਵਿੱਚ ਧਰਮਰਾਜ ਹੈ, ਉਹਦੇ ਪਿਆਰੇ ਮੌਤ ਦੇ ਭੈ ਤੋਂ, ਦਰਦ ਤੋਂ ਨਹੀਂ ਡਰਦੇ। ਹਜ਼ੀਮਤ ਉਹਨਾਂ ਦੇ ਨਾਮ ਦਾ ਹਾਹਾ ਉਪਦੇਸ਼ ਕਰਦਾ ਹੈ, ਧਰਮ ਰਾਜੇ ਨੂੰ ਵੀ ਹਾਰ ਦੇਣ ਵਾਲੇ ਨੇ। ਅੱਗੇ ਹੈ, ਵਾ ਰਾਏ ਰਾਸਤੀ ਨੁਮਾਇਸ਼ ਸਦਰ ਨਸ਼ੀਨੇ ਜਾਵੇਦਾਨੀ ਸਰੀਰ।
ਗੁਰੂ ਪਾਤਸ਼ਾਹ ਦੀ ਵਡਿਆਈ ਵਿੱਚ ਭਾਈ ਨੰਦ ਲਾਲ ਕਹਿੰਦੇ, ਵਾਹ ਰਾਏ। ਰਾਏ ਤੋਂ ਭਾਵ ਪੰਜਾਬੀ ਦਾ ਰਾਰਾ ਸਮਝ ਲਓ, ਫਾਰਸੀ ਦਾ ਰਾਏ। ਹਾਹੇ ਤੋਂ ਬਾਅਦ ਰਾਰਾ ਹੀ ਆਉਂਦਾ ਨਾ ਹਰਿ ਕ੍ਰਿਸ਼ਨ ਦੇ ਵਿੱਚ। ਗੁਰੂ ਪਾਤਸ਼ਾਹ ਦੇ ਪਵਿੱਤਰ ਨਾਮ ਦਾ ਜਿਹੜਾ ਰਾਰਾ ਹੈ, ਰਾਏ ਹੈ, ਵਾਹ ਦਾ ਮਤਲਬ ਹੈ ਅਤੇ। ਰਾਸਤੀ ਨੁਮਾਇਸ਼, ਰਾਸਤੀ ਦਾ ਭਾਵ ਹੈ ਸੱਚਾ, ਸੱਚਾਈ ਤੇ ਚੱਲਣ ਵਾਲਾ। ਇੱਥੇ ਲਫ਼ਜ਼ ਹੈ ਅੱਗੇ ਨੁਮਾਇਸ਼, ਇਹ ਦੋ ਲਫ਼ਜ਼ ਨੇ, ਨੁਮਾਏ ਅਤੇ ਅਸ਼। ਅਸ਼ ਦਾ ਮਤਲਬ ਹੈ ਉਹਨਾਂ ਦਾ, ਨੁਮਾਏ ਦਾ ਮਤਲਬ ਹੈ ਦਿਖਾਉਣਾ, ਨੁਮਾਇਸ਼ ਲਾਉਣੀ, ਦਿਖਾਉਣਾ। ਸਦਰ ਨਸ਼ੀਨੇ, ਸਦਰ ਕੌਣ ਹੁੰਦਾ ਹੈ? ਜੋ ਸਭ ਨੂੰ ਵੱਡਾ ਹੋਵੇ, ਸਭਨਾਂ ਦਾ ਜੋ ਮਾਲਕ ਹੋਵੇ। ਨਸ਼ੀਨੇ ਤੋਂ ਭਾਵ ਨਾਸ਼ੀਨ, ਜਿਵੇਂ ਕਹਿ ਦਿੰਦੇ ਨਾ ਗੱਦੀ ਨਾਸ਼ੀਨ, ਬੈਠਣ ਵਾਲਾ, ਗੱਦੀ ਤੇ ਬੈਠਣ ਵਾਲਾ। ਜਾਵੇਦਾਨੀ ਸਰੀਰ, ਜਾਵੇਦਾਨੀ ਸਦੀਵੀ, ਹਮੇਸ਼ਾ। ਸਰੀਰ ਕਹਿੰਦੇ ਨੇ ਤਖਤ ਨੂੰ। ਐ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਤੁਹਾਡੇ ਪਵਿੱਤਰ ਨਾਮ ਦਾ ਜੋ ਰਾਏ ਹੈ, ਜੋ ਰਾਰਾ ਹੈ, ਸਾਨੂੰ ਇਹ ਉਪਦੇਸ਼ ਦਿੰਦਾ ਹੈ, ਦੀਨ ਦੁਨੀਆ ਦੇ ਮਾਲਕ ਤੁਸੀਂ ਸੱਚ ਦਾ ਪ੍ਰਚਾਰ ਕਰਦੇ ਹੋ, ਸੱਚਾਈ ਦਾ ਰਸਤਾ, ਪ੍ਰਭੂ ਪਰਮੇਸ਼ਰ ਦਾ ਦਰ ਦਿਖਾਉਣ ਵਾਲੇ ਹੋ, ਰਸਤਾ ਦਰਸਾਉਣ ਵਾਲੇ ਹੋ। ਔਰ ਦੁਨੀਆ ਦੇ ਸਭ ਤੋਂ ਵੱਡੇ ਪਰਮ ਈਸ਼ਵਰ ਦੇ ਥਾਪੇ ਹੋਏ ਗੁਰੂ ਨਾਨਕ ਨਿਰੰਕਾਰੀ ਦੇ ਤਖਤ ਤੇ ਸ਼ੋਭਾ ਪਾਉਣ ਵਾਲੇ ਹੋ, ਬੈਠਣ ਵਾਲੇ ਹੋ। ਔਰ ਨਿਰਗੁਣ ਦੁਨੀਆ ਦੇ ਸਭ ਤੋਂ ਵੱਡੇ ਅਕਾਲ ਪੁਰਖ ਦੇ ਸੱਚਖੰਡ ਰੂਪੀ ਤਖਤ ਤੇ ਸੁਭਾਏਮਾਨ ਹੋ, ਪਰਮਾਤਮਾ ਦੇ ਸਰੂਪ ਵਿੱਚ, ਸਰਗੁਣ ਸਰੂਪ ਵਿੱਚ ਗੁਰੂ ਨਾਨਕ ਦੇ ਤਖਤ ਤੇ ਬੈਠੇ ਹੋ। ਅੱਜ ਸ਼ਬਦ ਸਰੂਪ ਵਿੱਚ ਗੁਰੂ ਨਾਨਕ ਦੇ ਤਖਤ ਤੇ ਬੈਠੇ ਗੁਰੂ ਗ੍ਰੰਥ ਸਾਹਿਬ ਹੋ। ਸੋ ਮਹਾਰਾਜ ਦੇ ਨਾਮ ਦਾ ਜਿਹੜਾ ਰਾਏ ਹੈ, ਰਾਰਾ ਹੈ, ਇਹ ਕਹਿੰਦਾ ਹੈ ਗੁਰੂ ਜੀ ਸਭ ਨੂੰ ਰਾਸਤੀ ਭਾਵ ਸੱਚਾਈ ਦਾ ਰਸਤਾ ਦਿਖਾਉਣ ਵਾਲੇ ਨੇ। ਰਾਏ ਤੋਂ ਰਾਸਤੀ, ਰਸਤਾ ਦਿਖਾਉਣ ਵਾਲੇ, ਪਰਮਾਤਮਾ ਦੇ ਦਰ ਦੀ ਪ੍ਰਾਪਤੀ ਕਰਵਾਉਣ ਵਾਲੇ, ਬ੍ਰਹਮ ਦਾ ਰਸਤਾ ਦਿਖਾਉਣ ਵਾਲੇ ਨੇ। ਤਖਤਾਂ ਦੇ ਚਵਰ ਛਤਰ ਤਖਤ ਦੇ ਉਹ ਮਾਲਕ ਨੇ। ਕਾਦੇ ਲਈ ਦੁਨੀਆ ਤੇ ਆਏ ਨੇ? ਭੂਲੇ ਕਉ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਜਿਹੜੇ ਭੁੱਲੇ ਭਟਕੇ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਰਸਤੇ ਤੇ ਤੋਰਨ ਵਾਲੇ ਨੇ ਪਾਤਸ਼ਾਹ। ਸੋ ਅੱਗੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਿਹੜਾ ਉਸ ਮਹਾਨ ਤਖਤ ਦੇ ਵਾਰਸ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨੀ ਲੱਗਦਾ ਹੈ ਨਾ, ਜਨਮ ਮਰਨ ਕੀ ਤਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਾਈ। ਉਹਦੀ ਬੜੀ ਵੱਡੀ ਵਡਿਆਈ ਹੈ ਗੁਰੂ ਦੀ। ਇਹ ਤੇ ਹੋ ਗਏ ਅਰਥ ਹਰ ਦੇ, ਹਾਹੇ ਤੇ ਰਾਰੇ ਦੇ, ਹੇ ਤੇ ਰਾਏ ਦੇ। ਹੁਣ ਅੱਗੇ ਭਾਈ ਸਾਹਿਬ ਭਾਈ ਨੰਦ ਲਾਲ ਅਰਥ ਕਰਦੇ ਨੇ, ਕਾਫੇ ਤਾਜ਼ੀਏ ਆ ਕੁਸ਼ਾ ਹਿੰਦੇ ਅਬ ਵਾਬੇ ਕਰਮ, ਵਾਸ਼ੀਨੇ ਸ਼ੌਕਤ ਤਜ਼ਮੀਨਸ਼, ਸਰ ਅਫਗਨੇ ਦੇਵਾਨੇ ਦਯਮ। ਹੁਣ ਇੱਥੇ ਕਾਫ ਲਫ਼ਜ਼ ਵਰਤਿਆ, ਕਾਫੇ। ਇੰਗਲਿਸ਼ ਦੀ ਕੇ ਕਹਿ ਲਓ ਤੇ ਪੰਜਾਬੀ ਦਾ ਆਪਣਾ ਕੱਕਾ ਕਹਿ ਲਓ ਤੇ ਫਾਰਸੀ ਦਾ ਕਾਫ ਹੋ ਗਿਆ ਕਾਫੇ। ਹਰ ਕ੍ਰਿਸ਼ਨ, ਕੱਕਾ ਛੱਛਾ ਨੰਨਾ ਹੁਣ ਇਹਦੇ ਅਰਥ ਕਰਨਗੇ। ਕਹਿੰਦੇ ਤਾਜ਼ੀਏ, ਤਾਜ਼ੀਏ ਲਫ਼ਜ਼ ਅਰਬੀ ਲਈ ਵਰਤਿਆ ਜਾਂਦਾ, ਅਰਬੀ ਭਾਸ਼ਾ ਲਈ। ਕਹਿੰਦੇ ਅਰਬੀ ਦਾ ਜਿਹੜਾ ਕਾਫ ਹੈ ਉਹਨਾਂ ਦੇ ਨਾਮ ਵਿਚਲਾ, ਉਹਨਾਂ ਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ। ਕੁਸ਼ਾ ਹਿੰਦੇ, ਕੁਸ਼ਾ ਹਿੰਦੇ ਦਾ ਭਾਵ ਹੈ ਜਿਹੜਾ ਖੋਲ ਕੇ ਰੱਖ ਦਵੇ,
ਮਹਾਰਾਜ ਪਾਤਸ਼ਾਹ ਬਾਬਤ ਕਹਿੰਦੇ ਨੇ, ਉਹ ਜਿਹੜੇ ਗੁਰੂ ਹਰਕ੍ਰਿਸ਼ਨ ਨੇ ਨਾ, ਉਹਨਾਂ ਦੇ ਪਾਕ ਨਾਮ ਦੀ ਜਿਹੜੀ ਡੈਫੀਨੇਸ਼ਨ ਦੇ ਇਹ ਕੁਝ ਲਫ਼ਜ਼ ਨੇ। ਕੁਸ਼ਾ ਹਿੰਦੇ ਅਬ ਵਾਬੇ ਕਰਮ। ਜਿਹੜਾ ਬਾਬ ਲਫ਼ਜ਼ ਹੈ ਨਾ, ਉਹ ਹੈ ਦਰਵਾਜ਼ੇ ਲਈ, ਤੇ ਬਹੁ ਵਚਨ ਇੱਥੇ ਹੈ ਅਬ ਬਾਬੇ। ਗੁਰੂ ਸਾਹਿਬ ਤੁਹਾਡੇ ਪਵਿੱਤਰ ਨਾਮ ਦਾ ਜੋ ਅਰਬੀ ਭਾਸ਼ਾ ਦਾ ਕਾਫ ਹੈ ਨਾ, ਪੰਜਾਬੀ ਦਾ ਜੋ ਕੱਕਾ ਹੈ, ਸਾਨੂੰ ਇਹ ਉਪਦੇਸ਼ ਦਿੰਦਾ ਹੈ, ਤੁਸੀਂ ਸਾਰਿਆਂ ਵਾਸਤੇ, ਸਮੁੱਚੀ ਲੋਕਾਈ ਵਾਸਤੇ ਮਿਹਰਾਂ ਦੇ ਦਰਵਾਜ਼ੇ ਖੋਲ੍ਹਣ ਵਾਲੇ ਹੋ, ਭਾਵ ਹਰ ਇੱਕ ਨੂੰ ਬਖਸ਼ਿਸ਼ ਕਰਨ ਵਾਲੇ ਹੋ। ਹਰ ਇੱਕ ਦੀਆਂ ਝੋਲੀਆਂ ਆਪਣੇ ਦਰ ਤੋਂ ਤੁਸੀਂ ਭਰਦੇ ਹੋ। ਦੀਨ ਦੁਨੀਆ ਦੇ ਮਾਲਕ ਦੇ ਨਾਮ ਦਾ ਕੱਕਾ ਇਹ ਉਪਦੇਸ਼ ਕਰਦਾ ਹੈ। ਸਾਰਿਆਂ ਤੇ ਮਿਹਰ ਕਰਨ ਵਾਲੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੇ। ਹੁਣ ਜਿਹੜਾ ਕੱਕੇ ਤੋਂ ਲਫ਼ਜ਼ ਵਰਤਿਆ ਗਿਆ ਹੈ, ਇੱਥੇ ਲਫ਼ਜ਼ ਵਰਤਿਆ ਹੈ ਅਬ ਬਾਬੇ। ਬਹੁ ਵਚਨ ਦਰਵਾਜ਼ੇ ਦਾ, ਨਾਲ ਅਬ ਬਾਬੇ ਦਾ ਭਾਵ ਹੁੰਦਾ ਹੈ ਜਿਹਦਾ ਦਰ ਹਰ ਇੱਕ ਦੇ ਲਈ ਖੁੱਲ੍ਹਾ ਹੈ। ਬੜੇ ਦਰਵਾਜ਼ੇ ਨੇ, ਤੁਸੀਂ ਵੇਖੋ ਗੁਰੂ ਘਰਾਂ ਦੇ ਕਿੰਨੇ ਦਰਵਾਜ਼ੇ ਨੇ। ਇਹ ਇਸ ਗੱਲ ਦਾ ਪ੍ਰਤੀਕ ਨੇ, ਕਿਸੇ ਵੀ ਧਰਮ ਦਾ ਕੋਈ ਮੁਰੀਦ ਇੱਥੇ ਆਵੇ ਖਾਲੀ ਨਹੀਂ ਜਾਂਦਾ, ਸਾਰਿਆਂ ਲਈ ਇਹ ਦਰਵਾਜ਼ੇ ਖੁੱਲ੍ਹੇ ਨੇ। ਅਬ ਬਾਬੇ ਕਰਮ, ਕੱਕੇ ਦੀ ਡੈਫੀਨੇਸ਼ਨ ਚੁੱਕਣੀ ਹੈ ਨਾ, ਆਪਾਂ ਅਰਥ ਕਰਨੇ ਨੇ। ਕੱਕੇ ਤੋਂ, ਕਾਫ ਤੋਂ ਕਰਮ, ਕਰਮ ਦਾ ਭਾਵ ਮਿਹਰ। ਤੁਹਾਡੇ ਨਾਮ ਦਾ ਕਾਫ ਉਪਦੇਸ਼ ਦਿੰਦਾ ਹੈ, ਤੁਸੀਂ ਮਿਹਰਾਂ ਦੇ ਸਾਈਂ ਹੋ, ਮਿਹਰਾਂ ਕਰਨ ਵਾਲੇ ਹੋ, ਝੋਲੀਆਂ ਭਰਨ ਵਾਲੇ ਹੋ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਤੁਸੀਂ ਜਦੋਂ ਪੜ੍ਹਦੇ ਹੋ ਨਾ, ਗੁਰੂ ਕਹਿੰਦੇ ਮਿਹਰਾਂ ਕਰਨ ਵਾਲਾ ਹੈ, ਹਰ ਤਰ੍ਹਾਂ ਦੇ ਦੁੱਖ ਕੱਟਣ ਵਾਲਾ ਹੈ, ਬਖਸ਼ਿਸ਼ਾਂ ਦੇਣ ਵਾਲਾ ਹੈ। ਇੱਕ ਕੋੜੀ ਦਾ ਜ਼ਿਕਰ ਆਉਂਦਾ, ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਤੋਂ ਰਾਜਾ ਜੈ ਸਿੰਘ ਦੇ ਕਰਿੰਦਿਆਂ ਨਾਲ, ਵਜ਼ੀਰ ਨਾਲ, ਸਿਪਾਹੀਆਂ ਨਾਲ, ਆਪਣੇ ਸਿੱਖਾਂ ਸੇਵਕਾਂ ਸਮੇਤ, ਮਾਤਾ ਕ੍ਰਿਸ਼ਨ ਕੌਰ ਜੀ ਸਮੇਤ ਦਿੱਲੀ ਨੂੰ ਚਾਲੇ ਪਾਉਣ ਲੱਗੇ ਨਾ, ਸੰਗਤਾਂ ਨੂੰ ਦਰਸ਼ਨ ਦੇਣ ਲਈ, ਤੇ ਮਹਾਰਾਜ ਦੇ ਪਾਲਕੀ ਦੇ ਸਨਮੁਖ ਇੱਕ ਕੋੜੀ ਆ ਗਿਆ। ਕਿਉਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚੰਡੀ ਦੀ ਵਾਰ 'ਚ ਕਿਹਾ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਕਿਉਂ ਕਿਹਾ ਹੈ? ਧਿਆਨ ਦਿਓ। ਕਿਉਂਕਿ ਉਹ ਹਰ ਇੱਕ ਤੇ ਮਿਹਰਾਂ ਕਰਦੇ ਨੇ, ਦੁੱਖ ਕੱਟਦੇ ਨੇ। ਉਹ ਕੋੜੀ ਪਾਲਕੀ ਦੇ ਅੱਗੇ ਆ ਗਿਆ ਤੇ ਬੋਲਿਆ ਕੁਰਲਾਉਂਦਾ ਹੋਇਆ, ਮਹਾਰਾਜ ਮੈਨੂੰ ਕੋਹੜ ਦਾ ਰੋਗ ਹੈ, ਸਰੀਰ ਦੇਖੋ ਮੇਰਾ ਗਲਿਆ ਪਿਆ ਹੈ, ਤੇ ਇਹ ਐਸੀ ਛੂਆ-ਛਾਤ ਦੀ ਬਿਮਾਰੀ ਹੈ, ਮੇਰੇ ਸੰਗੀ ਸਾਥੀ ਰਿਸ਼ਤੇਦਾਰ ਮਿੱਤਰਾਂ ਨੇ ਮੈਨੂੰ ਤਿਆਗ ਦਿੱਤਾ ਹੈ ਵੀ ਕਿਤੇ ਮੇਰਾ ਸਪਰਸ਼ ਉਹਨਾਂ ਨੂੰ ਹਾਸਲ ਹੋ ਗਿਆ ਤੇ ਉਹ ਵੀ ਰੋਗੀ ਨਾ ਹੋ ਜਾਣ। ਉਦੋਂ ਇਹਦਾ ਇਲਾਜ ਨਹੀਂ ਸੀ, ਇਹਨੂੰ ਹੈਂਸਨਜ਼ ਡਿਜ਼ੀਜ਼ ਕਹਿੰਦੇ ਨੇ ਅੱਜ ਦੇ ਸਮੇਂ 'ਚ। ਅੱਜ ਕੱਲ੍ਹ ਇਹਦਾ ਇਲਾਜ ਹੈ, ਲਿਪਰੋਸੀ ਵੀ ਕਹਿ ਦਿੰਦੇ ਨੇ ਇੰਗਲਿਸ਼ ਵਿੱਚ। ਇਹ ਜਿਹੜਾ ਹੈਂਸਨ ਡਿਜ਼ੀਜ਼ ਹੈ, ਇੱਕ ਮਾਈਕੋ ਬੈਕਟੀਰੀਅਮ ਲੇਪਰੇ ਨਾਮ ਦਾ ਇੱਕ ਬੈਕਟੀਰੀਆ ਹੈ, ਜਿਹਦੇ ਤੋਂ ਇਹ ਪੈਦਾ ਹੁੰਦਾ ਹੈ। ਕਦੇ ਡਾਕਟਰਾਂ ਨੂੰ ਪੁੱਛਿਓ, ਤੁਸੀਂ ਛਿੱਕੋ, ਤੁਸੀਂ ਖੰਘੋ, ਜੇ ਤੁਹਾਨੂੰ ਇਹ ਰੋਗ ਹੈ ਤੇ ਅਗਲੇ ਨੂੰ ਵੀ ਹੋ ਜਾਵੇਗਾ। ਜਿਵੇਂ ਕਰੋਨਾ ਦਾ ਕਹਿਰ ਵਰਤ ਰਿਹਾ ਹੈ ਨਾ, ਇਹ ਇੱਦਾਂ ਹੀ ਫੈਲਦਾ ਹੈ। ਸਿੰਪਟਮਸ ਕੀ ਨੇ, ਨੁਕਸਾਨ ਕੀ ਹੈ, ਲੱਛਣ ਕੀ ਨੇ? ਜਿੰਨੀਆਂ ਵੀ ਨਰਵਸ ਨੇ, ਨਸਾਂ ਨੇ, ਇਹ ਗਲ ਜਾਂਦੀਆਂ ਨੇ ਬੰਦੇ ਦੀਆਂ। ਤੰਤੂਆ ਗਲ ਜਾਂਦਾ ਹੈ ਬੰਦੇ ਦਾ, ਬਲਿਸਟਰਸ, ਛਾਲੇ ਪੈਦਾ ਹੋ ਜਾਂਦੇ ਨੇ ਸਰੀਰ 'ਤੇ, ਸਰੀਰ 'ਚੋਂ ਬੂ ਆਉਂਦੀ ਹੈ, ਬਦਬੂ ਆਉਂਦੀ ਹੈ, ਸਰੀਰ ਗਲ ਜਾਂਦਾ ਹੈ। ਐਸੇ ਹਾਲਾਤ ਹੋ ਜਾਂਦੇ ਨੇ, ਕਹਿੰਦੇ ਸਰੀਰ ਨੂੰ ਤੱਤੇ ਠੰਡੇ ਦੀ ਕੋਈ ਪਹਿਚਾਣ ਨਹੀਂ ਰਹਿੰਦੀ, ਹੱਥ ਪੈਰ ਕਮਜ਼ੋਰ ਹੋ ਜਾਂਦੇ ਨੇ, ਅੱਖਾਂ ਦੀ ਰੌਸ਼ਨੀ ਖਰਾਬ ਹੋਣ ਲੱਗ ਪੈਂਦੀ ਹੈ, ਘਟਣ ਲੱਗ ਪੈਂਦੀ ਹੈ, ਸਰੀਰ ਡਿਸੇਬਲ ਹੋ ਜਾਂਦਾ ਹੈ। ਅੱਜ ਕੱਲ੍ਹ ਸਟੀਰੋਇਡ ਨਾਲ, ਐਂਟੀਬਾਇਓਟਿਕਸ ਨਾਲ ਇਲਾਜ
ਸੰਭਵ ਹੈ। ਉਦੋਂ ਨਹੀਂ ਸੀ ਮਹਾਰਾਜ ਦੇ ਸਮੇਂ। ਉਹ ਪਾਲਕੀ ਅੱਗੇ ਰੋਂਦਾ ਕੁਰਲਾਉਂਦਾ ਆਇਆ ਤੇ ਤਰਲਾ ਪਤਾ ਕੀ ਲਿਆ, ਕਹਿੰਦਾ ਮੈਂ ਸੁਣਿਆ ਹੈ ਤੁਹਾਡੇ ਵੱਡੇ ਵਡੇਰੇ ਗੁਰੂ ਅੰਗਦ ਸਾਹਿਬ ਜਦੋਂ ਖਡੂਰ ਸਾਹਿਬ ਹੁੰਦੇ ਸੀ ਨਾ, ਤੇ ਉਹ ਅੰਮ੍ਰਿਤ ਵੇਲੇ ਸੰਗਤ ਨੂੰ ਦਰਸ਼ਨ ਦੇਣ ਆਉਂਦੇ ਸੀ, ਤੇ ਦੂਰੋਂ ਦੂਰੋਂ ਰੋਗੀ ਚੱਲ ਕੇ ਆਉਂਦੇ ਸਨ ਦਰਬਾਰ ਦੇ ਪਾਸ ਵੀ ਗੁਰੂ ਦੀ ਸਵੱਲੀ ਨਜ਼ਰ ਹੋ ਗਈ ਤੇ ਸਾਡਾ ਰੋਗ ਮਿਟ ਜਾਵੇਗਾ। ਬਾਣੀ ਦਾ ਫਰਮਾਨ ਹੈ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਕਿਰਪਾ ਮਈ ਦ੍ਰਿਸ਼ਟੀ ਪਾ ਦਵੇ ਤੇ ਦੁੱਖ ਬਿਦਾਰ ਕੇ ਸੁੱਟ ਦਿੰਦਾ ਹੈ ਗੁਰੂ। ਤੇ ਮੇਰੇ ਤੇ ਕਿਰਪਾ ਕਰੋ, ਰੋਗ ਸੋਗ ਸਭ ਦੁੱਖ ਬਿਨਾਸੇ, ਸਤਿਗੁਰ ਕੀ ਸਰਣਾਈ। ਮੈਂ ਸੁਣਿਆ ਹੈ ਤੁਹਾਡੀ ਸ਼ਰਨ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਤਨ ਦੇ ਦੁੱਖ ਰੋਗ ਤੇ ਮਨ ਦੇ ਸੋਗ ਡਿਪਰੈਸ਼ਨ ਚਿੰਤਾਵਾਂ ਮਿਟ ਜਾਂਦੀਆਂ ਨੇ। ਕਿਰਪਾ ਕਰੋ, ਆਲ ਦਾ ਸਫਰਿੰਗਸ ਵਿਲ ਬੀ ਡਿਸਪੈਲਡ। ਤੇਰੇ ਦਰ ਤੇ ਆਇਆ ਰੋਗ ਸੋਗ ਮਿਟ ਜਾਂਦੇ ਨੇ, ਤੇ ਕਿਰਪਾ ਕਰੋ। ਗੁਰੂ ਹਰਕ੍ਰਿਸ਼ਨ ਸਾਹਿਬ ਮੁਸਕਰਾਏ। ਇਹ ਬਾਣੀ ਕਹਿੰਦੀ ਹੈ, ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮੁਸਕਰਾਏ ਨਾ, ਇੱਕ ਰੁਮਾਲ ਸੀ ਹੱਥ ਵਿੱਚ ਫੜਿਆ, ਛੋਟੀ ਉਮਰ ਹੈ ਨਾ, ਬਚਪਨ ਵਿੱਚ ਨੇ, ਉਹਨੂੰ ਰੁਮਾਲ ਦੇ ਦਿੱਤਾ। ਕਰਨੀ ਤੇ ਨਦਰ ਹੀ ਹੈ। ਉਹ ਜਿਵੇਂ ਜਿਵੇਂ ਰੁਮਾਲ ਫੇਰਦਾ ਹੈ ਨਾ, ਤਿਵੇਂ ਤਿਵੇਂ ਕੰਚਨ ਵਰਗਾ ਸਰੀਰ ਹੋਈ ਜਾਂਦਾ ਹੈ। ਉਹਦਾ ਕੋੜ ਮਿਟ ਗਿਆ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛੋ ਵੀ ਗੁਰੂ ਦੀ ਨਜ਼ਰ ਐਸੀ, ਕਸ਼ਟ ਮਿਟ ਜਾਂਦੇ ਨੇ। ਕਹਿੰਦੇ ਕਾਟੇ ਕਸ਼ਟ ਪੂਰੇ ਗੁਰਦੇਵ, ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ। ਉਹਦੀ ਅੰਮ੍ਰਿਤਮਈ ਦ੍ਰਿਸ਼ਟੀ ਸੁੱਕਿਆਂ ਨੂੰ ਹਰੇ ਕਰਦੀ ਹੈ, ਰੋਗੀਆਂ ਦੇ ਰੋਗ ਹਰ ਲੈਂਦੀ ਹੈ। ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ, ਮੇਰਾ ਦੇ ਸਾਈਂ ਗੁਰੂ ਹਰਕ੍ਰਿਸ਼ਨ ਬਾਬਤ ਸ੍ਰੀ ਹਰਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁੱਖ ਜਾਏ। ਦੁੱਖਾਂ ਨੂੰ ਹਰਨ ਵਾਲਾ ਹੈ ਉਹ। ਤਨ ਦੇ ਰੋਗ ਹਰੇਗਾ, ਮਨ ਦੇ ਸੋਗ ਹਰੇਗਾ। ਜੇ ਕਿਧਰੇ ਇਲਾਜ ਨਾ ਹੋਵੇ, ਮੈਡੀਕਲ ਸਾਇੰਸ ਬਾਹਾਂ ਖੜੀਆਂ ਕਰ ਦਵੇ, ਤੇ ਆਈ ਗੁਰੂ ਹਰਕ੍ਰਿਸ਼ਨ ਦੇ ਦਰ ਤੇ। ਮੈਂ ਫਿਰ ਪੜ੍ਹ ਦੇਵਾਂ, ਸ੍ਰੀ ਹਰਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁੱਖ ਜਾਏ, ਕਾਟੇ ਕਸ਼ਟ ਪੂਰੇ ਗੁਰਦੇਵ। ਜੇ ਇੱਥੇ ਆ ਕੇ ਵੀ ਤੂੰ ਡਰਦਾ ਰਿਹਾ ਰੋਗਾਂ ਤੋਂ, ਤੇ ਫਿਰ ਤੇਰਾ ਕੋਈ ਇਲਾਜ ਨਹੀਂ ਹੋ ਸਿੱਖਾ। ਗੁਰੂ ਹਰਕ੍ਰਿਸ਼ਨ ਹੀ ਰੋਗਾਂ ਸੋਗਾਂ ਦੇ ਹਰਤਾ ਨੇ। ਇੱਥੇ ਆ ਕੇ ਭੈਭੀਤ ਹੋਣ ਦੀ ਲੋੜ ਨਹੀਂ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਦੀ ਐਸੀ ਅਜ਼ਮਤ ਹੈ, ਬਰਕਤ ਹੈ। ਕਹਿੰਦੇ ਹਰ ਇੱਕ ਤੇ ਮਿਹਰਾਂ ਕਰਨ ਵਾਲਾ ਹੈ ਉਹ। ਕਈ ਤਰਕ ਕਰ ਦਿੰਦੇ ਨੇ, ਇਹ ਨਹੀਂ ਹੋ ਸਕਦਾ। ਤੇ ਜੇ ਉਹਨਾਂ ਨੂੰ ਟੋਕੋ ਵੀ, ਭਾਈ ਤਰਕ ਨਾ ਕਰਿਆ ਕਰ, ਗੁਰੂ ਦੀ ਤਾਕਤ ਹੈ। ਉਹ ਕਹਿੰਦੇ ਲੈ ਸਿੱਖੀ ਤੇ ਤਰਕ ਸਿਖਾਉਂਦੀ ਹੈ। ਇਹਨਾਂ ਮੂਰਖਾਂ ਕਦੇ ਬਾਣੀ ਧਿਆਨ ਨਾਲ ਨਹੀਂ ਪੜ੍ਹੀ। ਭਗਤਾਂ ਨੂੰ ਪੁੱਛੋ ਵੀ ਤਰਕ ਵਾਲੇ ਲਈ ਕੋਈ ਜਗ੍ਹਾ ਹੈ ਧਰਮ ਦੇ ਵਿੱਚ? ਕਹਿੰਦੇ ਨਹੀਂ। ਤਰਕ ਨਾ ਚਾਹ, ਤਰਕ ਨਾ ਚਾਹ, ਭਰਮੀਆਂ ਚਾਹ। ਇਹ ਬਾਣੀ ਦੇ ਬੋਲ ਨੇ। ਡੋਂਟ ਡਿਸਪਿਊਟ, ਤਰਕ ਨਾ ਕਰ। ਕਹਿੰਦੇ ਧਰਮ ਦੀ ਦੁਨੀਆ 'ਚ ਤਰਕ ਲਈ ਕੋਈ ਜਗ੍ਹਾ ਨਹੀਂ ਹੈ। ਜੇ ਤੇਰੇ ਕੋਲ ਤਰਕ ਹੈ ਤੇ ਧਰਮ ਤੇਰੇ ਕੋਲ ਨਹੀਂ ਰਹੇਗਾ। ਸੋ ਗੁਰੂ ਤੇ ਭਾਵਨਾ ਰੱਖ। ਗੁਰੂ ਪਾਤਸ਼ਾਹ ਰੋਗਾਂ ਨੂੰ ਹਰਨ ਵਾਲੇ ਨੇ, ਕਿਰਪਾ ਕਰਨ ਵਾਲੇ ਨੇ, ਮਿਹਰਾਂ ਦੇ ਖਜ਼ਾਨੇ ਨੇ। ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰ ਜਿਵਾਲੈ। ਤੇ ਮੋਇਆਂ ਨੂੰ ਜਵਾ ਸਕਦਾ ਹੈ। ਹੀ ਇਨਫਿਊਜ਼ਸ ਬ੍ਰੈਥ ਇਨਟੂ ਦਾ ਡੈਡ ਵਨਸ। ਔਰ ਸਾਰਿਆਂ ਤੇ ਮਿਹਰ ਕਰਦਾ ਹੈ, ਸਾਰਿਆਂ ਨੂੰ ਪਾਲਦਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਮ ਦਾ ਕਾਫ ਇਹੀ ਉਪਦੇਸ਼ ਕਰਦਾ ਹੈ, ਗੁਰੂ ਪਾਤਸ਼ਾਹ ਸਾਰਿਆਂ ਤੇ ਕਰਮ ਕਰਦੇ ਨੇ, ਮਿਹਰ ਕਰਨ ਵਾਲੇ ਨੇ। ਅੱਗੇ ਉਪਦੇਸ਼ ਕਰਦੇ ਨੇ, ਵਾ ਸ਼ੀਨੇ ਸ਼ੌਕਤ ਤਜ਼ਮੀਨਸ਼, ਸਰ ਅਫਗਨੇ ਦੇਵਾਨੇ ਦਈਮ। ਸ਼ੀਨ ਕਹਿੰਦੇ ਨੇ ਸੱਸੇ ਨੂੰ। ਹਰ ਕ੍ਰਿਸ਼ਨ, ਹਾਹਾ ਰਾਰਾ ਕੱਕਾ, ਉਹਦੇ ਅਰਥ ਆਪਾਂ ਕਰ ਲਏ। ਆ ਜਾਓ ਸ਼ੀਨ ਤੇ ਸੱਸੇ ਤੇ। ਪੰਜਾਬੀ ਦਾ ਸੱਸਾ ਤੇ ਫਾਰਸੀ ਦਾ ਸ਼ੀਨ। ਕਹਿੰਦੇ ਅਤੇ ਤੁਹਾਡੇ ਨਾਮ ਦਾ ਜਿਹੜਾ ਸ਼ੀਨ ਹੈ, ਸੱਸਾ ਹੈ। ਸ਼ੌਕਤ ਕਹਿੰਦੇ ਨੇ ਜਿਹਦਾ ਰੋਹਬ ਬੜਾ ਆਵੇ। ਤਜ਼ਮੀਨਸ਼
ਤਜ਼ਮੀਨ ਅਸ਼ ਦੋ ਲਫ਼ਜ਼ ਨੇ। ਤਜ਼ਮੀਨ ਦਾ ਭਾਵ ਹੁੰਦਾ ਹੈ ਬਹੁਤਾਤ ਵਿੱਚ ਵਧਾਉਣ ਵਾਲਾ, ਵੱਡਾ। ਅਸ਼ ਉਹਨਾਂ ਦਾ। ਸਰ ਅਫਗਨੇ ਦੇਵਾਨੇ ਦਯਮ, ਸਰ ਸਿਰ ਨੂੰ ਕਹਿੰਦੇ ਨੇ। ਅਫਗਾਨੇ ਦਾ ਮਤਲਬ ਹੈ ਪਟਕ ਕੇ ਸੁੱਟਣਾ, ਪੁੱਠਾ ਕਰਕੇ ਸੁੱਟਣਾ। ਦੇਵਾਨੇ ਦਾ ਮਤਲਬ ਹੈ ਭੂਤ ਪ੍ਰੇਤਾਂ ਨੂੰ। ਦਯਮ, ਜਿਹੜਾ ਦਯਮ ਲਫ਼ਜ਼ ਹੈ ਨਾ, ਸਦਾ ਸਦਾ ਲਈ, ਹਮੇਸ਼ਾ ਹੀ। ਕਹਿੰਦੇ ਗੁਰੂ ਹਰਕ੍ਰਿਸ਼ਨ ਸਾਹਿਬ ਤੁਹਾਡੇ ਨਾਮ ਦਾ ਸੱਸਾ ਜਿਹੜਾ ਹੈ ਉਹ ਇਹ ਉਪਦੇਸ਼ ਦਿੰਦਾ ਹੈ, ਤੁਸੀਂ ਸਰ, ਭਾਵ ਭੂਤਾਂ ਪ੍ਰੇਤਾਂ ਨੂੰ ਸਰ ਕਰਨ ਵਾਲੇ ਹੋ। ਤੁਹਾਡੇ ਹੁਕਮ ਤੋਂ ਕੋਈ ਬਾਹਰ ਨਹੀਂ ਚੱਲ ਸਕਦਾ। ਪਸ ਪ੍ਰੇਤ ਉਸ਼ਟ ਗਰਤਪ ਅਨਕ ਜੋਨੀ ਲੇਟ, ਭਜ ਸਾਧ ਸੰਗ ਗੋਬਿੰਦ ਨਾਨਕ, ਕਛ ਨਾ ਲਾਗੈ ਫੇਟ। ਕਹਿੰਦੇ ਜੇ ਭਜਨ ਕਰਦਾ ਹੈ, ਬੰਦਗੀ ਕਰਦਾ ਹੈ, ਗੁਰੂ ਦੇ ਦਰ ਤੇ ਰਹਿਣਾ ਹੈ, ਨਾਮ ਜਪਦਾ ਹੈ, ਤੇ ਤੈਨੂੰ ਭੂਤ ਪ੍ਰੇਤ ਛੂਹ ਨਹੀਂ ਸਕਦੇ, ਤੇਰੇ ਭੂਤ ਪ੍ਰੇਤ ਨੇੜੇ ਨਹੀਂ ਆ ਸਕਦੇ। ਐਸੀ ਤੇਰੇ ਤੇ ਕਿਰਪਾ ਹੋ ਜਾਂਦੀ ਹੈ। ਪੂਰੇ ਗੁਰ ਕੀ ਦੇਖ ਵਡਾਈ, ਤਾਂ ਕੀ ਕੀਮਤ ਕਹਿਣ ਨਾ ਜਾਈ। ਪਸ਼ੂ ਪ੍ਰੇਤ ਮੁਗਧ ਭਏ ਸਰੋਤੇ, ਹਰ ਨਾਮਾ ਮੁਖ ਗਾਇਆ, ਮਿਰਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ। ਇਹ ਪੂਰੇ ਗੁਰੂ ਦੀ ਵਡਿਆਈ ਹੈ। ਉਹ ਰੋਗ ਸੋਗ ਨੂੰ ਹਰਨ ਵਾਲੇ ਨੇ। ਅਖੀਰਲਾ ਲਫ਼ਜ਼ ਹੈ, ਕਹਿੰਦੇ ਨੂਨੇ ਆਖਿਰਸ਼ ਨੁਜ਼ਹੁਤ ਅਫਜ਼ਾਏ ਹਰ ਦਿਲੋ ਜਾਨਾ, ਵਾ ਨਦੀਮੇ ਖਾਸ ਨਿਆਮੁਲ ਸੁਬਹਾਨ। ਨੂਨ ਅਖੀਰਲਾ ਲਫ਼ਜ਼ ਹੈ ਨੰਨਾ, ਜੋ ਆਖਰੀ ਹੈ ਨਾਮ ਵਿੱਚ। ਨੁਜ਼ਹੁਤ, ਨੁਜ਼ਹੁਤ ਦਾ ਭਾਵ ਹੈ ਜੋ ਬੜਾ ਹੀ ਖੂਬਸੂਰਤ ਹੈ। ਹਰ ਦਿਲੋ ਜਾਨਾ, ਇੱਥੇ ਲਫ਼ਜ਼ ਹੈ ਅਫਜ਼ਾਏ, ਵਧਾਉਣਾ। ਹਰ ਦਿਲੋਂ, ਹਰ ਦਿਲ, ਜਾਨਾ, ਜਾਨ ਨੂੰ ਕਿਹਾ ਹੈ। ਵਾ ਨਦੀਮੇ ਖਾਸ ਨਿਆਮੁਲ ਸੁਬਹਾ, ਕਹਿੰਦੇ ਐ ਗੁਰੂ ਹਰਕ੍ਰਿਸ਼ਨ ਤੇਰੇ ਨਾਮ ਦਾ ਜਿਹੜਾ ਨੂਨ ਹੈ, ਨੰਨਾ ਹੈ, ਸਾਨੂੰ ਇਹ ਉਪਦੇਸ਼ ਕਰਦਾ ਹੈ। ਗੁਰੂ ਸਾਹਿਬ ਤੁਸੀਂ ਨੁਜ਼ਹੁਤ, ਨੂਨ ਤੋਂ ਹੀ ਨੁਜ਼ਹੁਤ ਬਣਦਾ ਹੈ, ਨੂਨ ਨੰਨਾ। ਨੁਜ਼ਹੁਤ ਦਾ ਭਾਵ ਹੁੰਦਾ ਹੈ ਪਾਤਸ਼ਾਹ, ਕੁੱਲ ਕਾਇਨਾਤ ਦੇ ਮਾਲਕ। ਤੁਹਾਡੇ ਨਾਮ ਦਾ ਪਾਕ ਨੰਨਾ ਸਾਨੂੰ ਇਹ ਉਪਦੇਸ਼ ਕਰਦਾ ਹੈ, ਤੁਸੀਂ ਇਨਸਾਨ ਨੂੰ ਸ਼ੁਭ ਗੁਣ ਬਖਸ਼ ਕੇ ਉਹਦੀ ਖੂਬਸੂਰਤੀ ਵਧਾਉਣ ਵਾਲੇ ਹੋ। ਖੂਬਸੂਰਤ ਚਿਹਰੇ ਕਰਕੇ ਨਹੀਂ, ਸਰੀਰ ਕਰਕੇ ਨਹੀਂ। ਖੂਬਸੂਰਤ ਉਹ ਸਮਝਿਆ ਜਾਂਦਾ ਹੈ ਜਿਹਦਾ ਮਨ ਪਾਕ ਹੈ, ਜਿਹਦੇ ਕੋਲ ਸਤ ਸੰਤੋਖ ਦਇਆ ਧਰਮ ਮਹਾਨ ਗੁਣ ਨੇ। ਇਹੋ ਮਨ ਸੁੰਦਰ ਆਪਣਾ, ਹਰ ਨਾਮ ਮਜੀਠੈ ਰੰਗ ਲਈ। ਜਿਹਦਾ ਮਨ ਨਾਮ ਵਿੱਚ ਰੰਗਿਆ ਹੈ ਉਹ ਖੂਬਸੂਰਤ ਹੈ। ਤੇ ਨਾਮ ਰੰਗ ਕਿੱਥੋਂ ਚੜ੍ਹਦਾ ਹੈ? ਸਤਿਗੁਰ ਸੇਵਨ ਸੋ ਸੋਹਣੇ, ਹਉਮੈ ਮੈਲ ਗਵਾਏ, ਸ਼ਬਦ ਰਤੇ ਸੇ ਨਿਰਮਲੇ, ਚੱਲੇ ਸਤਿਗੁਰ ਭਾਏ। ਉਹ ਸੋਹਣੇ ਨੇ ਜਿਨ੍ਹਾਂ ਸਤ ਸੰਤੋਖ ਦਇਆ ਧਰਮ ਗੁਰੂ ਦੇ ਪਾਸੋਂ ਪ੍ਰਾਪਤ ਕੀਤਾ, ਜਿਹੜੇ ਨਾਮ ਰੰਗ ਵਿੱਚ ਰੰਗੇ ਨੇ। ਵਾ ਨਦੀਮੇ ਖਾਸ ਨਿਆਮੁਲ ਸੁਬਹਾਨ। ਨਦੀਮ ਜਿਹੜਾ ਰਾਜੇ ਪਾਸ ਬਹਿੰਦਾ ਹੈ, ਜੋ ਵਜ਼ੀਰ ਹੈ। ਖਾਸ ਨਿਆਮੁਲ ਸੁਬਹਾਨ, ਜੋ ਰਾਜੇ ਨੂੰ ਬੜਾ ਖਾਸ ਹੈ। ਸੁਬਹਾਨ ਰੱਬ ਨੂੰ ਕਹਿੰਦੇ ਨੇ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਤੁਸੀਂ ਰੱਬ ਦੇ ਵਜ਼ੀਰ ਹੋ, ਭਾਵ ਤੁਹਾਡੇ ਦਰ ਤੋਂ ਹੀ ਦਾਤ ਮਿਲੇਗੀ। ਰੱਬ ਦੇ ਖਜ਼ਾਨਿਆਂ ਦੇ ਤੁਸੀਂ ਵਜ਼ੀਰ ਹੋ। ਦੇਵਣ ਵਾਲਾ ਕੈ ਹੱਥ ਦਾਤ ਹੈ, ਗੁਰੂ ਦੁਆਰੈ ਪਾਏ। ਗੁਰ ਦਾਤਾ ਸਮਰੱਥ, ਗੁਰ ਗੁਰ ਸਭ ਮੈਂ ਰਹਿਆ ਸਮਾਏ। ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁੱਬਦਾ ਲਏ ਤਰਾਏ। ਗੁਰੂ ਹੀ ਦਾਤਾ ਹੈ, ਗੁਰੂ ਹੀ ਝੋਲੀਆਂ ਭਰਨ ਵਾਲਾ ਹੈ। ਇਹ ਪਾਤਸ਼ਾਹ ਦੇ ਨਾਮ ਦੀ ਪਾਕ ਡੈਫੀਨੇਸ਼ਨ ਹੈ। ਭੁੱਲ ਚੁੱਕ ਦੀ ਖਿਮਾ ਆਪ ਸੰਗਤ ਨੇ, ਗੁਰੂ ਪਾਤਸ਼ਾਹ ਨੇ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।